देश दुनिया च वसदे पंजाबियों को खुशामदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट सरदार हमीर सिंह। जी आया हमीर सिंह जी। बहुत बहुत शुक्रिया जी। विजिलेंस के अधिकारी लुधियाने के MP रवनीत बिट्टू तो खफा ने। कार्रवाई अगे भी वध सकती है, गल मजिस्ट्रेट से भी पेश हो सकती जे लुधियाना पुलिस कार्रवाई नहीं करती तो। मनप्रीत बादल दियां खामोशियां ते अर्थ कढ़े जा रहे हैं। कांग्रेसी सफां दे विच इहनूं समझण दी कोशिश की जा रही है कि आखिर मनप्रीत बादल किते उडारी तो नहीं मार जाणगे। तीजा सवाल, प्रताप सिंह बाजवा एक सियाणे ते घाग आगू ने, पर जदों वो प्रिविलेज के आधार ते जदों वो विशेष अधिकारां दे मामले च MLAs और मंत्रियों लिए कुछ मंगते ने ना, तो एक सवाल जिहा उठण लग पिया भी की तुसीं हुण मुड़ के राजे बनना चाहुंदे हो? अफसरशाही तुहाडे हर दौरे च शामिल होवे, कोई मंत्री आवे जां MLA आवे, DC SSP उत्थे रहण ते ਜਿਹੜੀਆਂ ਭੀੜਾਂ ਇਹਨਾਂ ਦਫ਼ਤਰਾਂ 'ਚ ਲੱਗੀਆਂ ਉਹਨਾਂ ਦਾ ਕੀ ਕਰੋਗੇ? ਤੁਸੀਂ ਵਾਪਸ ਲੋਕਾਂ ਕੋਲ ਵੋਟਾਂ ਲੈਣ ਜਾਣਾ ਲੋਕਾਂ ਲਈ ਹੋ ਜਾਂ ਤੁਸੀਂ ਆਪਣੇ ਆਪ ਦੇ ਵਿੱਚ ਬਾਦਸ਼ਾਹ ਹੋ ਗਏ ਹੋ? ਇਹ ਸਵਾਲ ਵੀ ਵੱਡਾ ਹੈ। ਔਰ ਅਗਲੇ ਬੰਨੇ ਕੇਜਰੀਵਾਲ ਸਾਹਿਬ ਇੱਕ ਨਵੇਂ ਵਿਵਾਦ 'ਚ ਘਿਰਦੇ ਨਜ਼ਰ ਆਉਂਦੇ ਆ। ਉਹ ਕਹਿੰਦੇ ਇਹ ਦੋਵੇਂ ਭਗਤ ਸਿੰਘ ਨੇ ਅੱਜ ਦੇ ਜ਼ਮਾਨੇ ਦੇ। ਸਤਿੰਦਰ ਜੈਨ ਦਾ ਜ਼ਿਕਰ ਕਰਦੇ ਆ, ਮਨੀਸ਼ ਸਿਸੋਦੀਆ ਦਾ ਕਰਦੇ ਆ। ਪੰਜਾਬ ਦੇ ਵਿੱਚ ਪਹਿਲਾਂ ਦਬਵੀਂ ਸੁਰ 'ਚ ਤੇ ਹੁਣ ਲਾਊਡ ਆਵਾਜ਼ ਵਿੱਚ ਇਹ ਗੱਲ ਆ ਰਹੀ ਹੈ ਕਿ ਤਸ਼ਬੀਹਾਂ ਗਲਤ ਨੇ। ਕੇਜਰੀਵਾਲ ਸਾਹਿਬ ਜਾਂ ਤਾਂ ਕਲਚਰ ਨੂੰ ਨਹੀਂ ਜਾਣਦੇ ਜਾਂ ਕਹਿਣ ਲੱਗਿਆ ਉਹ ਗਲਤੀ ਕਰ ਜਾਂਦੇ ਆ। ਲੇਕਿਨ ਦੋ ਵੱਡੇ ਮਾਮਲੇ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝ ਪਾਉਣੀ ਆ। ਜਦੋਂ ਕੇਂਦਰ ਭਾਸ਼ਾ ਦੇ ਮਾਮਲੇ 'ਚ, ਜਦੋਂ ਸਿੱਖਿਆ ਨੀਤੀ ਦੇ ਮਾਮਲੇ 'ਚ ਹਿੰਦੀ ਨੂੰ ਪ੍ਰਮੋਟ ਕਰਨ ਦੀ ਗੱਲ ਕਰਦਾ ਹੈ ਤਾਂ ਸਾਊਥ 'ਚੋਂ ਆਵਾਜ਼ ਉੱਠਦੀ ਆ। MK ਸਟਾਲਿਨ, ਕਰੁਣਾਨਿਧੀ ਦੇ ਪੁੱਤਰ ਔਰ DMK ਦੇ ਪ੍ਰਧਾਨ ਜਿਹੜੇ ਹੁਣ CM ਨੇ ਤਮਿਲਨਾਡੂ ਦੇ, ਉਹ ਤਾਂ ਚਿੱਠੀ ਲਿਖਦੇ ਆ ਲੇਕਿਨ ਸਾਡੀ ਲੀਡਰਸ਼ਿਪ ਸੁਸਰੀ ਵਾਂਗ ਸੁੱਤੀ ਰਹਿੰਦੀ ਆ। ਸਾਡੇ ਵਾਲੇ ਆਗੂ ਜਾਂ ਤਾਂ ਸਮਝਦੇ ਨਹੀਂ ਜਾਂ ਘੇਸ ਵੱਟ ਜਾਂਦੇ ਆ ਕੇਂਦਰੀ ਸੱਤਾ ਤੋਂ ਡਰਦੇ। ਤੇ ਅਗਲਾ ਮਾਮਲਾ ਵੀ ਕੇਂਦਰ ਨਾਲ ਜੁੜਿਆ ਕਿ ਫੈਡਰਲ ਢਾਂਚੇ ਦੀ ਪਰਿਭਾਸ਼ਾ ਬਦਲ ਚੁੱਕੀ ਆ, ਕਿ ਸੰਘੀ ਢਾਂਚੇ ਦਾ ਹੁਣ ਦਫਨ ਕੀਤਾ ਜਾ ਰਿਹਾ ਸਾਰਾ ਸਰੂਪ। ਗੱਲ ਰੂਰਲ ਡਿਵੈਲਪਮੈਂਟ ਫੰਡ ਦੀ ਹੋ ਰਹੀ ਆ। ਮੈਨੂੰ ਦੱਸਿਓ ਸਰਦਾਰ ਹਮੀਰ ਸਿੰਘ, ਸਭ ਤੋਂ ਪਹਿਲਾ ਮਾਮਲਾ ਪ੍ਰਿਵਿਲੇਜ ਔਰ ਖਾਸ ਤੌਰ ਤੇ MLA ਹੋਣ ਦਾ, ਵਿਸ਼ੇਸ਼ ਅਧਿਕਾਰਾਂ ਦਾ। ਸਾਨੂੰ ਅਫਸਰ ਸਲੂਟ ਮਾਰਨ, ਸਾਡੇ ਅੱਗੇ ਪਿੱਛੇ ਸਕਾਟਸ ਹੋਣ, ਅਸੀਂ ਜਿੱਥੇ ਜਾਈਏ VIP ਟ੍ਰੀਟਮੈਂਟ ਹੋਵੇ। ਫਿਰ ਆਮ ਆਦਮੀ ਦੇ ਨੁਮਾਇੰਦੇ ਤੁਸੀਂ ਕਿਵੇਂ ਹੋ? ਕੀ ਤੁਸੀਂ ਅੱਜ ਦੇ ਰਾਜੇ ਬਣਨ ਵੱਲ ਵਧ ਰਹੇ ਹੋ? ਇਸ ਮਾਮਲੇ ਨੂੰ ਕਿੱਦਾਂ ਲਈਏ ਜਦੋਂ ਕਿ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਪਹਿਲਾਂ ਤਲਬ ਕੀਤਾ ਹੋਇਆ ਤੇ ਬਾਜਵਾ ਸਾਹਿਬ ਪਿੱਛੇ ਗੁਰਦਾਸਪੁਰ ਦੇ ਅਧਿਕਾਰੀਆਂ ਤੇ ਖਫਾ ਹੋ ਗਏ ਸੀ, ਸ਼ਿਕਾਇਤ ਕਰ ਗਏ, ਤੇ ਹੁਣ ਉਹ ਫਿਰ ਕਹਿ ਰਿਹਾ ਕਿ ਸਾਡਾ ਜਿਹੜਾ ਪ੍ਰਿਵਿਲੇਜ, ਸਾਡਾ ਅਧਿਕਾਰ ਸਾਨੂੰ ਜ਼ਰੂਰ ਦਿੱਤਾ ਜਾਵੇ। ਕੀ ਕਹਿੰਦੇ ਹੋ? ਅਸਲ ਦੇ ਵਿੱਚ ਸਾਡੇ ਸੰਵਿਧਾਨ ਦੇ ਵਿੱਚ ਵੀ ਤੇ ਕਾਨੂੰਨ ਦੇ ਵਿੱਚ ਵੀ ਕੁਝ ਵਿਸ਼ੇਸ਼ ਅਧਿਕਾਰ ਦਿੱਤੇ ਹੋਏ ਨੇ ਮੈਂਬਰ ਪਾਰਲੀਮੈਂਟਾਂ ਨੂੰ ਤੇ MLAs ਨੂੰ ਵੀ, ਪ੍ਰਿਵਿਲੇਜ, ਕਿ ਉਹ ਆਪਣੀ ਡਿਊਟੀ ਨਿਭਾ ਸਕਣ। ਬਾਕੀ ਹਾਲਾਂਕਿ ਇਹਨਾਂ ਤੇ ਵੀ ਸ਼ੁਰੂ ਤੋਂ ਹੀ ਆਵਾਜ਼ ਇੱਕ ਸਵਾਲ ਉੱਠਦਾ ਆਇਆ ਕਿ ਪ੍ਰਿਵਿਲੇਜ ਦੀ ਦੁਰਵਰਤੋਂ ਵੀ ਹੁੰਦੀ ਹੈ ਬੜੀ ਵਾਰ, ਤੇ ਕਈ ਵਾਰ ਠੀਕ ਤਰੀਕੇ ਨਾਲ ਵਰਤੋਂ ਸਗੋਂ ਨਹੀਂ ਹੁੰਦੀ ਜਦੋਂ ਤੁਸੀਂ ਉਸ ਕੱਦ ਦੇ ਨਹੀਂ ਹੁੰਦੇ, ਉਹ ਕਮਿਟਮੈਂਟ ਨਹੀਂ ਹੁੰਦੀ, ਉਹ ਬਾਕੀ ਨਹੀਂ। ਪਰ ਹੁਣ ਤਾਂ ਇਹ ਵੀ ਨਹੀਂ ਪਤਾ ਕਿ ਪ੍ਰਿਵਿਲੇਜ ਕੀ ਹੁੰਦਾ ਹੈ, ਕਿਹੜੀ ਗੱਲ ਤੇ ਉਹ ਲਾਗੂ ਹੋਣਾ, ਕਿਹੜੀ ਗੱਲ ਤੇ ਨਹੀਂ ਹੋਣਾ। ਤੇ ਹਰ ਗੱਲ ਤੇ ਉਹ ਮਹਿਸੂਸ ਕਰਦਾ ਬੰਦਾ ਕਿ ਮੈਂ ਜਿੱਥੇ ਜਿੱਥੇ ਜਾਵਾਂ ਸਾਰਾ ਪ੍ਰਸ਼ਾਸਨ ਮੇਰੇ ਆਲੇ ਦੁਆਲੇ ਚੱਲੇ, ਮੇਰੇ ਸਾਹਮਣੇ ਨਤਮਸਤਕ ਹੋਵੇ, ਮੇਰੀ ਆਵਾਜ਼ ਤੇ ਹੀ ਉਹ ਕੰਮ ਕਰੇ, ਦਫ਼ਤਰੀ ਕੰਮ ਭਾਵੇਂ ਬੰਦ ਹੋ ਜੇ ਕਿਸੇ ਵੀ ਰੂਪ ਦਾ ਜਿੱਥੇ ਵੀ ਜਾ ਕੇ। ਇਸੇ ਕਰਕੇ ਉਹ ਜਿਹੜਾ ਚੱਲਿਆ ਸੀ ਨਾ, ਹੁਣ ਤਾਂ ਇਹ ਤਾਂ ਚਲੋ ਚੁਣੇ ਹੋਏ ਨੇ, ਹਲਕਾ ਇੰਚਾਰਜਾਂ ਦਾ ਵੀ ਆਪਣੇ ਇੱਕ ਦੌਰ ਚੱਲਿਆ ਸੀ ਇਹੋ ਜਿਹਾ ਕਿ ਸੱਤਾਧਾਰੀ ਪਾਰਟੀ ਦਾ ਇਹਨੂੰ ਐਵੇਂ ਫਿਰਨਾ ਚਾਹੀਦਾ। ਪਿਛਲੇ ਦਿਨਾਂ 'ਚ ਇੱਕ ਨੋਟਿਸ ਕੱਢਿਆ ਗਿਆ, 2 ਅਫਸਰਾਂ ਨੂੰ ਤਲਬ ਕੀਤਾ ਹੈ। ਗ੍ਰਹਿ ਵਿਭਾਗ ਦੇ ਜਿਹੜੇ ਹੋਮ ਸੈਕਟਰੀ ਨੇ, ਜਿਹੜੇ ਵਧੀਕ ਮੁੱਖ ਸਕੱਤਰ ਨੇ, ਤੇ ਇੱਕ ਹੋਰ ਸੀਨੀਅਰ ਅਫਸਰ ਨੇ, ਜਿਨ੍ਹਾਂ ਨੂੰ ਇਹ ਕਿਹਾ ਗਿਆ ਕਿ ਇੱਕ ਵਿਧਾਨ ਸਭਾ ਦੀ ਕਮੇਟੀ ਗਈ ਸੀ ਕਿਤੇ, ਉੱਥੇ ਕਿਹਾ ਗਿਆ ਸੀਗਾ ਕਿ ਅਸੀਂ ਜਾਂਚ ਕਰਨ ਜਾਣਾ ਹੈ ਤੇ ਜਾਂਚ ਕਰਨ ਲਈ ਅਫਸਰਾਂ ਦੀ ਡਿਊਟੀ ਲੱਗੇ ਤੇ ਸਾਡੀ ਖਾਤਰਦਾਰੀ ਜੋ ਵੀ ਜ਼ਿੰਮੇਵਾਰੀ ਹੁੰਦੀ ਹੈ। ਅਸਲ 'ਚ ਪ੍ਰਿਵਿਲੇਜ ਜਿਹੜਾ ਹੁਣ ਤੱਕ ਵੀ ਪ੍ਰੋਟੋਕੋਲ ਹੈ ਉਹ ਦਿੱਤਾ ਗਿਆ। ਪਿਛਲੇ ਦਿਨਾਂ ਦੇ ਵਿੱਚ ਇੱਕ ਸਰਕਾਰ ਦੇ ਦੌਰ ਦੇ ਵਿੱਚ ਇੱਥੇ ਟ੍ਰੇਨਿੰਗ ਵੀ MLAs ਦੀ ਲਵਾਈ ਸੀ। ਹੁਣ ਵਾਲਿਆਂ ਦੀ ਤਾਂ ਖੈਰ ਟ੍ਰੇਨਿੰਗ ਅਜੇ ਹੋਈ ਉਹ ਨਹੀਂ, ਨਾ ਕੋਈ ਗੱਲ ਹੈ ਇਸ ਲੈਵਲ ਦੀ। ਵਿਧਾਨ ਸਭਾ ਦੇ ਸਕੱਤਰ ਜਨਰਲ ਆਏ ਸੀ ਤਾਂ MLAs ਨੇ ਪੁੱਛਿਆ ਵੀ ਮੈਂ ਜਿੱਥੇ ਜਾਣਾ ਉੱਥੇ ਬੁਲਾਉਂਦਾ, ਅਫਸਰ ਆਉਂਦਾ ਨਹੀਂ। ਉਹਨੇ ਜਵਾਬ ਦਿੱਤਾ ਕਿ ਭਾਈ ਇਹ ਪ੍ਰਿਵਿਲੇਜ ਨਹੀਂ ਹੈ, ਜਿੱਥੇ ਤੂੰ ਜਾਣਾ ਉੱਥੇ ਹਰ ਹਾਲਤ 'ਚ ਆਵੇ। ਹਾਂ, ਵਿਧਾਨ ਸਭਾ ਦੀ ਕੋਈ ਕਮੇਟੀਆਂ ਜਿਹੜੀਆਂ ਬਣਦੀਆਂ ਨੇ, ਜੇ ਉਹ ਇਨਵੈਸਟੀਗੇਟ ਕਰਨ ਕਿਤੇ ਜਾਂਦੀਆਂ ਨੇ
ਜਦੋਂ ਉਹ ਸੂਚਿਤ ਕਰਦੀਆਂ ਨੇ, ਉਹਨਾਂ ਨੂੰ ਵਿਧਾਨ ਸਭਾ ਦਾ ਪ੍ਰੋਟੋਕਾਲ ਦੇ ਮੁਤਾਬਕ ਵਿਸ਼ੇਸ਼ ਅਧਿਕਾਰ ਹੁੰਦਾ ਤੇ ਉਹਦੇ ਲਈ ਉਹ ਜਿਹੜੀ ਫੈਸਿਲਿਟੇਟ ਕਰਨਾ, ਉਹ ਸਹੂਲਤਾਂ ਪ੍ਰਦਾਨ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜੀ। ਪਰ ਹੁਣ ਜਿਹੜੇ ਬਾਜਵਾ ਸਾਹਿਬ ਨੇ ਕਿਹਾ ਕਿ ਇੱਕ ਕਮੇਟੀ ਬਣਾਓ ਜੀ, ਪ੍ਰੋਟੋਕਾਲ ਕਮੇਟੀ, ਜਿਹੜੀ ਕਮੇਟੀ ਪਾਰਲੀਮੈਂਟ ਦੇ ਵਿੱਚ ਵੀ ਬਣ ਗਈ ਆ, ਉਹ ਕਹਿੰਦੇ ਨੇ ਵੀ ਇੱਥੇ ਬਣਾਓ। ਪ੍ਰੋਟੋਕਾਲ ਦਾ ਮਤਲਬ ਮੰਨਿਆ ਜਾਂਦਾ ਹੈ ਕਿ ਐਮਐਲਏ ਦਾ ਪ੍ਰੋਟੋਕਾਲ ਚੀਫ ਸੈਕਟਰੀ ਤੋਂ ਵੱਡਾ ਹੈ। ਪ੍ਰੋਟੋਕਾਲ ਇੱਕ ਹੋਰ ਚੀਜ਼ ਹੁੰਦੀ ਹੈ। ਪ੍ਰੋਟੋਕਾਲ ਦਾ ਤਾਂ ਇੰਨਾ ਮਤਲਬ ਹੈ ਕਿ ਜੇ ਤੁਸੀਂ ਚੇਅਰਿੰਗ ਕਰਦੇ ਹੋ, ਕਿਤੇ ਕੁਰਸੀਆਂ ਲਾਉਂਦੇ ਹੋ, ਉੱਥੇ ਤੁਸੀਂ ਮੇਨ ਕੁਰਸੀ ਉਹਦੇ ਲਈ ਦੇ ਦਿੰਦੇ ਹੋ ਜਦੋਂ ਵੀ ਕੋਈ ਮੀਟਿੰਗ ਹੁੰਦੀ ਹੈ ਜਾਂ ਬਾਕੀ ਹੈ। ਪ੍ਰੋਟੋਕਾਲ ਦਾ ਇਹ ਮਤਲਬ ਹੈ ਕਿ ਤੁਸੀਂ ਕਿਸੇ ਨੂੰ ਮਿਲਣ ਜਾਣਾ। ਗੱਲ ਪ੍ਰੋਟੋਕਾਲ ਦਾ ਇਹ ਵੀ ਮਤਲਬ ਨਹੀਂ ਵੀ ਬਿਨਾਂ ਟਾਈਮ ਲਈ ਉਹੀ ਧੱਕੇ ਨਾਲ ਵੀ ਵਗ ਜਾਓ, ਉੱਥੇ ਕੋਈ ਸੀਰੀਅਸ ਮੀਟਿੰਗ ਵੀ ਚੱਲ ਰਹੀ ਆ ਫਿਰ ਵੀ ਛੱਡ ਕੇ ਤੁਹਾਡਾ ਪ੍ਰੋਟੋਕਾਲ ਫੋਲੋ ਕਰੋ, ਕੋਈ ਇਹ ਚੀਜ਼ ਨਹੀਂ ਹੁੰਦੀ। ਪ੍ਰੋਟੋਕਾਲ ਦਾ ਇੱਕ ਤਰੀਕਾਕਾਰ ਹੁੰਦਾ ਹੈ ਕਿ ਜਿਹਦੇ ਚ ਤੁਹਾਡੇ ਪ੍ਰਤੀ ਉਹ ਜਵਾਬਦੇਹ ਨੇ, ਪਰ ਸਾਰੀਆਂ ਚੀਜ਼ਾਂ ਦਾ ਖਿਆਲ ਤੁਹਾਨੂੰ ਵੀ ਤਾਂ ਰੱਖਣਾ ਪੈਂਦਾ। ਤੁਸੀਂ ਬਾਦਸ਼ਾਹ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਸੰਗਤ ਦਰਸ਼ਨ ਦਾ ਕਲਚਰ ਚੱਲਿਆ ਸੀ ਬਾਦਲ ਸਾਹਿਬ ਵੇਲੇ, ਸਾਰੇ ਅਫਸਰ ਉਹਨਾਂ ਦੇ ਇਰਦ ਗਿਰਦ ਬੈਠੇ ਰਹਿੰਦੇ, ਉੱਥੇ ਹੀ ਗਰਾਂਟਾਂ ਵੱਡੀਆਂ, ਤੈਨੂੰ ਕਿੰਨੇ ਚਾਹੀਦੇ ਨੇ, ਤੈਨੂੰ। ਉਹਦੇ ਤੇ ਆਡੀਟਰ, ਕੰਪਟਰੋਲਰ ਤੇ ਆਡੀਟਰ ਜਨਰਲ ਦੇ ਵੀ ਐਡੇ ਜ਼ਿਆਦਾ ਇਤਰਾਜ਼ ਲੱਗੇ ਕਿ ਇਹ ਬਾਦਸ਼ਾਹੀ ਸਿਸਟਮ ਨਹੀਂ, ਇਹ ਡੈਮੋਕ੍ਰੇਸੀ ਹੈ ਜੀ। ਇਹ ਹਰ ਇੱਕ ਵਿਧਾਨ ਸਭਾ ਦੇ ਵਿੱਚ ਦੀ ਪਾਸ ਹੋ ਕੇ ਬਜਟ ਆਉਣਾ ਚਾਹੀਦਾ ਤੇ ਪਾਲਿਸੀ ਦੇ ਮੁਤਾਬਕ ਫੰਡ ਮਿਲ ਸਕਦਾ। ਤੇ ਦੂਜਾ ਇਹ ਸੀ ਕਿ ਅਫਸਰ ਉੱਥੇ ਬੈਠੇ ਰਹਿੰਦੇ, ਲੋਕ ਦਫ਼ਤਰਾਂ ਦੇ ਮੂਹਰੇ ਬੈਠੇ ਰਹਿੰਦੇ, ਵਿਚਾਰੇ ਉਹ ਕਿੱਧਰ ਜਾਣ? ਲੋਕ ਕਿਹਨੂੰ ਮਿਲਣ, ਕਿਹਨੂੰ ਨਾ ਕਰਨ। ਸਰਕਾਰਾਂ ਨੂੰ ਚਾਹੀਦਾ ਹੈ, ਬਲਕਿ ਮੈਨੂੰ ਲੱਗਦਾ ਪ੍ਰਤਾਪ ਬਾਜਵਾ ਬਹੁਤ ਸੀਨੀਅਰ ਆਦਮੀ ਨੇ, ਐਮਪੀ ਰਹੇ ਤੇ ਹੁਣ ਇੱਥੇ ਵੀ ਨੇ, ਬੜਾ ਲੰਮਾ ਤਜਰਬਾ ਹੈ, ਕਿ ਅਫਸਰ ਸਰਕਾਰਾਂ 'ਚ ਬੈਠੇ ਹੋਣੇ ਚਾਹੀਦੇ ਨੇ, ਦਫ਼ਤਰਾਂ 'ਚ। ਦਫ਼ਤਰਾਂ ਦੇ ਵਿੱਚ ਇਹ ਪਲੇਟ ਨਹੀਂ ਲੱਗੀ ਹੋਣੀ ਚਾਹੀਦੀ ਕਿ ਤੁਸੀਂ ਮਿਲ ਨਹੀਂ ਸਕਦੇ, ਲੋਕਾਂ ਨੂੰ ਲਗਾਤਾਰ ਮਿਲਣੇ ਚਾਹੀਦੇ ਨੇ। ਡੈਮੋਕ੍ਰੇਸੀ ਦਾ ਮਤਲਬ ਇਹ ਹੁੰਦਾ ਹੈ ਕਿ ਲੋਕਾਂ ਪ੍ਰਤੀ ਜਵਾਬਦੇਹੀ ਹੈ। ਤੁਸੀਂ ਉਹ ਪ੍ਰੋਟੋਕਾਲ ਆਪਣੇ ਲਈ ਤਾਂ ਲਾਗੂ ਕਰ ਰਹੇ ਹੋ। ਕਦੇ ਇਹ ਦੇਖਿਆ ਕਿ ਐਮਐਲਏ ਨੂੰ ਲੋਕ ਮਿਲਣਾ ਚਾਹੁੰਦੇ ਨੇ, ਮੰਤਰੀ ਨੂੰ ਮਿਲਣਾ ਚਾਹੁੰਦੇ ਨੇ, ਤੁਸੀਂ ਬਾਰ-ਬਾਰ ਮਿਲਣ ਤੋਂ ਇਨਕਾਰ ਕਰ ਦੋ, ਉਹਦੇ ਲਈ ਕਿਹੜਾ ਪ੍ਰੋਟੋਕਾਲ ਹੋਵੇ? ਲੋਕਾਂ ਪ੍ਰਤੀ ਵੀ ਤਾਂ ਜਵਾਬਦੇਹ ਰਹੋ ਨਾ ਉਸ ਲੈਵਲ ਦਾ। ਔਰ ਡੈਮੋਕ੍ਰੇਸੀ 'ਚ ਮੈਨੂੰ ਲੱਗਦਾ ਇਹ ਹੁੰਦਾ ਕਿ ਲੋਕਾਂ ਦੀ ਜ਼ਿਆਦਾ ਭੁਗਤ ਹੋਵੇ, ਪਰ ਸਾਡੇ ਐਮਐਲਏ ਹੋਵੇ, ਐਮਪੀ ਹੋਵੇ, ਮੰਤਰੀ, ਉਹ ਆਪਣੇ ਅਧਿਕਾਰਾਂ ਲਈ ਤਾਂ ਬੋਲਦਾ ਹੈ, ਮੈਨੂੰ ਜ਼ਿਆਦਾ ਹੋਣ, ਪਰ ਅੱਗੇ ਜਵਾਬਦੇਹ ਕਿਵੇਂ ਹੋਣਾ ਹੈ ਲੋਕਾਂ ਪ੍ਰਤੀ, ਉਹਦੇ ਪ੍ਰਤੀ ਨਹੀਂ ਬੋਲਦਾ। ਇਹ ਕਾਫੀ ਮੈਨੂੰ ਲੱਗਦਾ ਡਿਬੇਟ ਦਾ ਇੱਕ ਇਸ਼ੂ ਹੈ। ਵੈਸੇ ਤਾਂ ਪ੍ਰਿਵਿਲੇਜ ਦੇ ਜਿਹੜੇ ਸਵਾਲ ਨੇ, ਨਾਰਮਲੀ ਕਿਸੇ ਸਰਕਾਰੀ ਕੰਮ 'ਚ, ਲੋਕ ਪੱਖੀ ਕੰਮ ਦੇ ਵਿੱਚ ਕੋਈ ਵਾਇਲੇਟ ਕਰਦਾ, ਉਹ ਅਲੱਗ ਗੱਲ ਹੈ, ਪਰ ਇੰਡੀਵਿਜੂਅਲ ਹੈਸੀਅਤ ਜਿਹੜੇ ਪ੍ਰਿਵਿਲੇਜ ਮੰਨਣੇ ਨੇ, ਇਹ ਕਿਸੇ ਵੀ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਮੇਰਾ ਖਿਆਲ ਹੈ ਇਹ ਵਾਜਬ ਨਹੀਂ ਹੈ। ਇਹਨੂੰ ਮੈਨੂੰ ਤਾਂ ਲੱਗਦਾ ਪ੍ਰਿਵਿਲੇਜ ਵੈਸੇ ਹੀ ਘਟਾ ਦੇਣੇ ਚਾਹੀਦੇ ਨੇ ਉਸ ਮਾਮਲੇ ਦੇ ਵਿੱਚ। ਲੋਕਾਂ ਦਾ ਜਦੋਂ ਰਾਜ ਹੋਏਗਾ, ਲੋਕਾਂ ਪ੍ਰਤੀ ਜਵਾਬਦੇਹੀ ਹੋਏਗੀ, ਪ੍ਰਸ਼ਾਸਨ ਲੋਕਾਂ ਪ੍ਰਤੀ ਜਵਾਬਦੇਹ ਹੋਏਗਾ, ਕੱਲੇ ਪ੍ਰਿਵਿਲੇਜਡ ਪਰਸਨ ਦੇ ਪ੍ਰਤੀ ਕਿਉਂ ਜਵਾਬਦੇਹ ਹੋਏਗਾ? ਬਿਲਕੁਲ ਦੇਖੋ ਲੋਕਾਂ ਦੀ ਉਹ ਤਾਕਤ ਹੈ ਨਾ, ਕਿ ਇਸ ਪਾਸੇ ਗੱਲ ਚੱਲਣੀ ਚਾਹੀਦੀ ਹੈ, ਨਾ ਕਿ ਇਸ ਪਾਸੇ ਜੀ ਸਾਨੂੰ ਦੇ ਦਿਓ, ਇੱਕ ਕਮੇਟੀ ਬਣਾ ਦਿਓ, ਇੱਕ ਪ੍ਰੋਟੋਕਾਲ ਬਣਾ ਦਿਓ। ਫਿਰ ਸਿੰਪਲ ਆਦਮੀ ਦਾ ਤਾਂ ਪ੍ਰੋਟੋਕਾਲ ਹੀ ਨਹੀਂ ਬਣੇਗਾ, ਕੋਈ ਵਿਚਾਰਾ ਉਹ ਤਾਂ ਕਿਸੇ ਪ੍ਰੋਟੋਕਾਲ ਚਾਹੁੰਦਾ ਹੀ ਨਹੀਂ, ਉਹਦੇ ਕੋਲ ਤਾਂ ਉਹਦਾ ਹੀ ਕੋਈ ਨਹੀਂ। ਵੈਸੇ ਹਮੀਰ ਸਿੰਘ ਜੀ, ਮੈਨੂੰ ਸਮਝ ਤੇ ਹੈਰਾਨੀ ਹੁੰਦੀ ਬਾਜਵਾ ਸਾਹਿਬ ਦੀ, ਇਹ ਗੱਲਾਂ ਆਮ ਤੌਰ ਤੇ ਸੱਤਾਧਾਰੀ ਧਿਰ ਕਰਦੀ ਹੁੰਦੀ, ਉਹਦੇ ਬੰਦੇ ਕਰਦੇ ਹੁੰਦੇ ਆ। ਵਿਰੋਧੀ ਤਾਂ ਇਹਨਾਂ ਗੱਲਾਂ ਦਾ ਵਿਰੋਧ ਕਰਦੇ ਹੁੰਦੇ ਆ। ਬਾਜਵਾ ਸਾਹਿਬ ਨੇ ਤੇ ਲੋਕਾਂ ਦੀ ਨੁਮਾਇੰਦਗੀ ਕਰਨੀ ਸੀ, ਸਰਕਾਰ ਨੂੰ ਸ਼ੀਸ਼ਾ ਵਿਖਾਉਣਾ ਸੀ। ਇਹ ਕੁਝ ਹੋਰ ਹੀ ਦਿਸ਼ਾ 'ਚ ਚੱਲ ਪਏ। ਸ਼ਾਇਦ ਸਿਆਣੇ ਨੇ, ਅਗਲੇ ਸਮੇਂ 'ਚ ਇਲੈਕਸ਼ਨ ਲੜਨ ਦਾ ਮਨ ਨਹੀਂ ਇਹਨਾਂ ਦਾ। ਲੋਕਾਂ ਦੀ ਨਜ਼ਰ ਦੇ ਵਿੱਚ ਇਹ ਗੱਲਾਂ ਕੋਈ ਬਹੁਤੀਆਂ ਚੰਗੀਆਂ ਨਹੀਂ ਮੰਨੀਆਂ ਜਾਂਦੀਆਂ। ਮੈਂ ਅਗਲੀ ਗੱਲ ਲਾਉਂਗਾ। ਵੈਸੇ ਨਾ ਸਰਦਾਰ ਹਮੀਰ ਸਿੰਘ, ਵਿਜੀਲੈਂਸ ਦੇ ਕੁਝ ਅਧਿਕਾਰੀ ਆਪਣੇ ਉੱਚ ਅਧਿਕਾਰੀ ਨੂੰ ਮਿਲਦੇ ਆ, ਕਹਿੰਦੇ ਰਵਨੀਤ ਬਿੱਟੂ ਦੀਆਂ ਗੱਲਾਂ ਡੈਫਾਮੇਟਰੀ ਨੇ, ਹੱਤਕ ਜੀ ਹੁੰਦੀ ਇਹਦੇ ਨਾਲ। ਆ ਦੀਵਾਲੀ ਦੀ ਗੱਲ ਕਰਨੀ ਵੀ ਇਹ ਤੇ ਦੀਵਾਲੀ ਲੈਣ ਲਈ ਸਭ ਕਰਦੇ ਆ ਜੀ। ਇਹ ਪਿਛਲੇ ਬੰਨੇ ਜਦੋਂ ਤੁਸੀਂ ਝਾਤੀ ਮਾਰਦੇ ਹੋ, ਜਦੋਂ ਆਸ਼ੂ ਨੂੰ ਫੜਿਆ ਗਿਆ, ਉਦੋਂ ਰਵਨੀਤ ਬਿੱਟੂ ਦੀਆਂ ਜਿਹੜੀਆਂ ਵੀਡੀਓ ਵਾਇਰਲ ਹੋਈਆਂ, ਉਹਦੇ ਉੱਤੇ ਵੀ ਗੱਲ ਹੋਈ ਸੀ। ਈਵਨ ਇੱਕ ਐਪਲੀਕੇਸ਼ਨ ਵੀ ਦਾਇਰ ਕਰਤੀ ਗਈ ਸੀ ਲੁਧਿਆਣਾ ਪੁਲਿਸ ਕੋਲ ਬਿੱਟੂ ਦੇ ਰਵੱਈਏ ਕਰਕੇ। ਪਰ ਉੱਪਰਲੇ ਪੱਧਰ ਦੇ ਉੱਤੇ ਇਹ ਗੱਲ ਚੱਲ ਰਹੀ ਹੈ ਕਿ ਐਸੇ ਟ੍ਰੈਂਡ, ਐਸੇ ਰੁਝਾਨ ਜਿਨ੍ਹਾਂ ਦੇ ਵਿੱਚ ਅਧਿਕਾਰੀਆਂ ਨੂੰ ਸਿੱਧਾ ਥ੍ਰੈਟ ਕੀਤਾ ਜਾ ਰਿਹਾ ਹੋਵੇ, ਭਾਵੇਂ ਉਹ ਫੇਸਬੁੱਕ ਤੇ ਜਾ ਕੇ ਲਾਈਵ ਹੋ ਕੇ ਜਾਂ ਅਦਰਵਾਈਜ਼ ਸਟੇਟਮੈਂਟ ਨਾਲ, ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅਫਸਰਾਂ ਦਾ ਮਨੋਬਲ ਕਾਇਮ ਰਵੇ। ਇਹ ਅੰਦਰ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਰਵਨੀਤ ਬਿੱਟੂ ਦੇ ਖਿਲਾਫ ਜੇਕਰ ਲੁਧਿਆਣਾ ਪੁਲਿਸ ਜਾਂ ਕੋਈ ਕਾਰਵਾਈ ਨਹੀਂ ਕਰਦੀ, ਤੇ ਕਿਉਂ ਨਾ ਕਿਸੇ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਕਲਮਬੱਧ ਕਰਾਏ ਜਾਣ ਕਿ ਇਹ ਵਰਤਾਰੇ ਗਲਤ ਆ। ਔਰ ਵੱਡੀ ਗੱਲ ਨਹੀਂ ਕਿ ਜਿੰਨਾ ਥਾਵਾਂ ਤੇ ਕੇਸ ਚੱਲ ਰਿਹਾ ਉੱਥੇ ਹੀ ਕਿਸੇ ਦਿਨ ਵਿਜੀਲੈਂਸ ਦੇ ਅਧਿਕਾਰੀ ਪੇਸ਼ ਹੋ ਕੇ ਗੱਲ ਕਹਿ ਦੇਣ। ਰਵਨੀਤ ਬਿੱਟੂ ਦੀਆਂ ਮੁਸ਼ਕਲਾਂ ਵੱਧ ਵੀ ਰਹੀਆਂ ਨੇ,
ਉਹ ਲੁਧਿਆਣੇ ਦੇ ਕਾਂਗਰਸੀਆਂ ਦਾ ਜਿਹੜਾ ਸਮਰਥਨ ਕਰ ਰਹੇ ਨੇ, ਉਹਨਾਂ ਲਈ ਖੜ ਰਹੇ ਨੇ, ਨਜ਼ਰ ਆ ਰਹੇ ਨੇ ਵੀ ਮੈਂ ਤੁਹਾਡੇ ਲਈ ਲੱਤ ਡਾਹ ਕੇ ਖੜਾ। ਮੈਨੂੰ ਲੱਗਦਾ ਇਸ ਦੌਰਾਨ ਚ ਉਹਨਾਂ ਦੇ ਆਪਣੇ ਲਈ ਵੀ ਕਈ ਮੁਸ਼ਕਲਾਂ ਵੱਧ ਸਕਦੀਆਂ। ਕੀ ਕਹਿੰਦੇ ਹੋ? ਹਾਂ, ਬਿਲਕੁਲ ਰਵਨੀਤ ਬਿੱਟੂ ਜਿਹੜੀ ਉਹਨਾਂ ਦੀ ਬੋਲਚਾਲ ਜਾਂ ਬਿਆਨਬਾਜ਼ੀ ਹੈ, ਉਹ ਕੋਈ ਬਹੁਤ ਜ਼ਿਆਦਾ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਤਾਂ ਜਾਣੀ ਨਹੀਂ ਜਾਂਦੀ ਕਿ ਉਹ ਲੋਕਾਂ ਦੇ ਮਨੁੱਖੀ ਅਧਿਕਾਰਾਂ ਤੇ ਬੋਲਦੇ ਹੋਣ, ਬਲਕਿ ਮਨੁੱਖੀ ਅਧਿਕਾਰਾਂ ਦੀ ਤਾਂ ਜਦੋਂ ਗੱਲ ਚੱਲਦੀ ਉਹ ਦੂਜੇ ਪਾਸੇ ਖੜੇ ਹੁੰਦੇ ਨੇ ਨਾਰਮਲੀ ਕਈ ਵਾਰ ਵੀ ਨਹੀਂ ਜੀ, ਇਹ ਬੰਦੇ ਨੂੰ ਤਾਂ ਜੇ ਸਜ਼ਾ ਵੀ ਪੂਰੀ ਹੋਗੀ ਤਾਂ ਵੀ ਜਿਹੜੇ ਮਾਮਲੇ ਨੇ ਨਾ, ਜੇ ਇਹ ਮੁੱਦੇ ਵੀ ਉੱਠਦੇ ਨੇ ਤਾਂ ਉਹਦੇ ਵੀ ਕਈ ਵਾਰ ਉਹ ਦੂਸਰੀ ਸਾਈਡ ਤੇ ਨਜ਼ਰ ਆਉਂਦੇ ਨੇ। ਤੇ ਫਿਰ ਜੇ ਉਹ ਇਹ ਵੀ ਨੇ ਕਿ ਸਾਰਿਆਂ ਦੇ ਰਾਈਟਸ ਦੀ ਗੱਲ ਹੈ ਤਾਂ ਬਾਕੀ ਕਾਂਗਰਸੀਆਂ ਤੇ ਵੀ ਨਹੀਂ ਉਹਨਾਂ ਬੋਲਦੇ ਜਿੰਨੇ ਆਸੂ ਤੇ ਜਾਂ ਲੁਧਿਆਣੇ ਵਾਲਿਆਂ ਦੇ ਮਾਮਲੇ ਤੇ ਬੋਲੇ। ਜੇ ਜਨਰਲ ਵੀ ਬੋਲਣਾ ਹੋਵੇ ਪਾਰਟੀ ਤੇ ਮਾਮਲੇ ਤੇ ਵੀ, ਬਾਕੀ ਮੁੱਦਿਆਂ ਦੇ ਉੱਤੇ ਵੀ, ਪਰ ਜਿਹੜਾ ਉਹਨਾਂ ਨੇ ਉੱਥੇ ਇੱਕ ਬਿਰਤਾਂਤ ਸਿਰਜਿਆ ਜਦੋਂ ਭਾਰਤ ਭੂਸ਼ਣ ਆਸੂ ਨੂੰ ਗ੍ਰਿਫਤਾਰ ਕਰ ਗਏ ਸੀ, ਜਿੰਨਾ ਡਰਾਮਾ ਉੱਥੇ ਹੋਇਆ, ਜਿਸ ਲੈਵਲ ਦਾ ਫਿਜ਼ੀਕਲ ਉਹਨਾਂ ਨੇ ਜਾ ਕੇ ਟਰਾਈ ਕੀਤੀ, ਨਾਰਮਲ ਕੋਈ ਵੀ ਹੋਰ ਬੰਦਾ ਕਰਦਾ ਤਾਂ ਸਰਕਾਰੀ ਕੰਮ 'ਚ ਵਿਘਨ ਪਾਉਣ ਦਾ ਪਰਚਾ 148 153 ਫਲਾਨਾ ਧਰਾਵਾਂ ਜਿਹੜੀਆਂ ਕਿ ਪਤਾ ਨਹੀਂ ਕਿਹੜੀਆਂ ਕਿਹੜੀਆਂ ਲਾ ਦਿੰਦੇ ਨੇ ਲੋਕਾਂ ਤੇ ਬਥੇਰੀਆਂ, ਆਮ ਹੀ ਜਿਹੜੇ ਉਹ ਕਰਦੇ ਨੇ ਸਰਕਾਰੀ ਕੰਮ ਡਿਊਟੀ 'ਚ ਵਿਘਨ ਪਾਇਆ, ਉਹ ਵਿਘਨ ਉਸ ਲੈਵਲ ਦਾ ਦਿਖਾਈ ਦੇ ਰਿਹਾ। ਇੱਕ ਗੱਲ ਤੇ ਤੁਸੀਂ ਰੋਸ ਪ੍ਰੋਟੈਸਟ ਕਰ ਸਕਦੇ ਹੋ, ਡੈਮੋਕ੍ਰੇਸੀ 'ਚ ਤੁਹਾਨੂੰ ਰਾਈਟ ਹੈ, ਧਰਨਾ ਦੇ ਲਓ, ਜੋ ਮਰਜ਼ੀ ਕਰ ਲਓ। ਇੱਕ ਤਾਂ ਤਰੀਕਾ ਇਹ ਹੈ ਕਿ ਇਸ ਤਰੀਕੇ ਦੇ ਨਾਲ ਜਾ ਕੇ ਵੀ ਅਸੀਂ ਲਿਜਾਣ ਨਹੀਂ ਦਿੰਦੇ, ਤੁਸੀਂ ਕੌਣ ਹੋ, ਕਿੱਥੇ ਆ। ਦੂਜਾ ਫਿਰ ਜਿਹੜੇ ਐਲੀਗੇਸ਼ਨ ਨੇ, ਐਲੀਗੇਸ਼ਨ ਇੱਕ ਹੁੰਦਾ ਕਿ ਜਨਰਲ ਤੁਹਾਨੂੰ ਸਪੈਸੀਫਿਕ ਕੋਈ ਬੰਦਾ ਪਤਾ ਹੈ ਉਹਦੇ ਤੇ ਤੁਸੀਂ ਐਲੀਗੇਸ਼ਨ ਲਾਉਂਦੇ ਹੋ, ਉਹ ਇੱਕ ਅਲੱਗ ਗੱਲ ਹੈ। ਜਦੋਂ ਸਮੁੱਚਤਾ ਤੇ ਲਾਉਂਦੇ ਹੋ ਕਿ ਤੁਸੀਂ ਸਾਰੇ ਹੀ ਕਰਪਟ ਹੋ, ਤੁਸੀਂ ਸਾਰੇ ਹੀ ਮਤਲਬ ਪੈਸੇ ਲੈ ਕੇ ਹੀ ਸਾਰੇ ਕੰਮ ਕਰਦੇ ਹੋ, ਤੁਸੀਂ ਕੇਵਲ ਸਰਕਾਰ ਦੇ ਧੂਤੂ ਹੋ, ਤੁਸੀਂ ਫਲਾਣੇ ਹੋ। ਜਦ ਤੁਹਾਡੀ ਸਰਕਾਰ ਆਉਂਦੀ ਹੈ ਫਿਰ ਵੀ ਅਫਸਰ ਤਾਂ ਉਹੀ ਹੁੰਦੇ ਨੇ, ਜਦ ਬਾਕੀ ਚੀਜ਼ਾਂ ਹੁੰਦੀਆਂ ਨੇ ਤਾਂ ਵੀ ਇਹ ਹੈ। ਮਤਲਬ ਇੱਕ ਮੈਂਬਰ ਪਾਰਲੀਮੈਂਟ ਦਾ ਜਿਹੜਾ ਲੈਵਲ ਹੁੰਦਾ ਹੈ ਤੇ ਉਹ ਇੱਕ ਸਲੀਕੇ ਨਾਲ ਗੱਲ ਕਰਨ ਦੀ ਗੱਲ ਹੁੰਦੀ ਹੈ ਕਿ ਲੌਜੀਕਲੀ ਤੁਸੀਂ ਚਾਹੇ ਪਾਰਲੀਮੈਂਟ ਦੇ ਅੰਦਰ ਕਰਦੇ ਹੋ ਚਾਹੇ ਬਾਹਰ ਕਰਦੇ ਹੋ, ਜਦੋਂ ਇਸ ਭਾਸ਼ਾ 'ਚ ਗੱਲ ਕਰਦੇ ਹੋ, ਇਹੋ ਜਿਹੀ ਇਲਜ਼ਾਮ ਦੀ ਗੱਲ ਕਰਦੇ ਹੋ, ਤਾਂ ਇਹਨੂੰ ਇੱਕ ਲੈਵਲ ਦਾ ਡੈਫਾਮੇਸ਼ਨ ਦਾ ਮਾਨਹਾਨੀ ਵੀ ਮੰਨੀ ਜਾਂਦੀ ਹੈ। ਹਰ ਇੱਕ ਦਾ ਇੱਕ ਰਿਗਾਰਡ ਹੈ ਨਾ, ਕੋਈ ਕੰਮ ਚਾਹੇ ਕਰਮਚਾਰੀ ਕਰੇ ਚਾਹੇ ਸਧਾਰਨ ਬੰਦਾ ਵੀ ਕਰੇ, ਜਿਹੜਾ ਵੀ ਗੱਲ ਕਰਦਾ ਕਿਸੇ ਨੂੰ ਇਹ ਹੱਕ ਨਹੀਂ ਹੈ ਕਿ ਉਹਦਾ ਤੁਸੀਂ ਡੈਫਾਮੇਸ਼ਨ ਪਬਲਿਕਲੀ ਇਹ ਕਹੋ ਕਿ ਉਹਦੀ ਤੋਹੀਨ ਕਰ ਦਿਓ ਜਾਂ ਉਹਦੀ ਇੱਜ਼ਤ ਤੇ ਬੱਟਾ ਜ਼ਿਕਰ ਲੱਗਦਾ ਹੋਏ। ਪਰ ਉਦੋਂ ਗੱਲ ਇਹ ਚੱਲੀ ਸੀ ਬੜੇ ਵੱਡੇ ਪੱਧਰ ਦੇ ਉੱਤੇ ਕਿ ਬਿੱਟੂ ਉਹਨਾਂ ਦੇ ਖਿਲਾਫ ਸ਼ਾਇਦ ਪਰਚਾ ਦਰਜ ਹੋ ਜੇ ਜਾਂ ਕੁਝ ਹੋਰ ਹੋ ਜੇ। ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੈਨੇਜ ਹੋ ਗਈ ਗੱਲ ਕਿ ਉਹ ਨਹੀਂ ਅੱਗੇ ਥਰੂ ਨਹੀਂ ਹੋਈ, ਆਪਸਦਾਰੀ ਦੇ ਵਿੱਚ ਗੱਲ ਹੋ ਗਈ ਹੈ। ਔਰ ਨਾਰਮਲੀ ਸਾਡੀ ਲੀਡਰਸ਼ਿਪ ਇੱਕ ਇਹ ਵੀ ਕਰਦੀ ਹੈ, ਸਾਡੇ ਕੋਲ ਕੋਈ ਬਹੁਤ ਸਪਸ਼ਟ ਲੀਡਰ ਨਹੀਂ ਹੈ, ਓਪਨਲੀ ਕੁਝ ਕਹਿ ਕੇ ਤੇ ਅੰਦਰ ਖਾਤੇ ਕਈ ਵਾਰ ਕੁਝ ਹੋਰ ਕਰਕੇ ਜੁਗਾੜਬਾਜ਼ੀ ਕਰਕੇ ਵੀ ਅਸੀਂ। ਮੈਂ ਤੁਹਾਡੇ ਇਹਦੇ ਵਿੱਚ ਇੱਕ ਐਡ ਕਰਦਾ, ਤੁਸੀਂ ਬੜੀ ਠੀਕ ਜਗ੍ਹਾ ਤੇ ਗੱਲ ਲਿਆ ਕੇ ਖੜੀ ਕਰਤੀ। ਮੇਰੇ ਕੋਲ ਇਹ ਸੂਚਨਾ ਹੈ ਕਿ ਇਹ ਉੱਚ ਅਧਿਕਾਰੀ ਨੇ ਆਪਣੇ ਸਾਥੀਆਂ ਨੂੰ ਦੱਸਿਆ ਜਦੋਂ ਉਹ ਸ਼ਿਕਾਇਤ ਲੈ ਕੇ ਬਿੱਟੂ ਦੀ ਜਾਂਦੇ ਆ ਕਿ ਹੁਣ ਬਰਦਾਸ਼ਤ ਤੋਂ ਬਾਹਰ ਹੋ ਰਿਹਾ, ਤੇ ਉਹ ਕਹਿੰਦੇ ਆ ਕਿ ਪਿਛਲੀ ਵਾਰੀ ਆਸ਼ੂ ਦੇ ਗ੍ਰਿਫਤਾਰੀ ਸਮੇਂ ਜੋ ਵੀ ਹੋਇਆ, ਇੱਕ ਵਾਰੀ ਉਹ ਇਸ ਸੰਬੰਧੀ ਅਫਸੋਸ ਜ਼ਾਹਰ ਕਰ ਚੁੱਕੇ ਆ ਟੈਲੀਫੋਨਿਕਲੀ। ਤੁਸੀਂ ਠੀਕ ਕਹਿ ਰਹੇ ਹੋ ਕਿ ਕਿਸੇ ਵੇਲੇ ਅੰਦਰ ਖਾਤੇ ਜੁਗਾੜ ਹੋਰ ਕਰ ਲਿਆ ਜਾਂਦਾ, ਔਰ ਇਹ ਗੱਲ ਵਿਜੀਲੈਂਸ ਦੇ ਅੰਦਰਲੇ ਘੇਰਿਆਂ ਚੋਂ ਆ ਰਹੀ ਹੈ। ਔਰ ਦੂਜੀ ਗੱਲ ਕਿ ਇੱਕ ਫਾਈਲ ਵੀ ਬਣੀ ਹੈ ਅੰਦਰ ਰਵਨੀਤ ਬਿੱਟੂ ਦੀਆਂ ਸਟੇਟਮੈਂਟਸ ਨੂੰ, ਉਹਨਾਂ ਦੀਆਂ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਜਾਂ ਅਦਰਵਾਈਜ਼ ਜਿਹੜੀਆਂ ਪੋਸਟਾਂ ਪਾਈਆਂ ਗਈਆਂ ਜਾਂ ਕੁਝ ਬੋਲਿਆ ਗਿਆ, ਉਹਨਾਂ ਸਾਰਿਆਂ ਦਾ ਇੱਕ ਫਾਈਲ ਬਣਾ ਕੇ ਰੱਖੀ ਗਈ ਹੈ। ਹੁਣ ਉਹ ਕਿਵੇਂ ਅਮਲ 'ਚ ਲਿਆਉਣਾ, ਇਹਦੇ ਉੱਤੇ ਇੱਕ ਚਰਚਾ ਹੈ। ਸੋ ਤੁਸੀਂ ਆਪਣੀ ਗੱਲ ਕੰਪਲੀਟ ਕਰ ਦਿਓ ਜੀ। ਇਹਦੇ ਤੇ ਹੈ ਕਿ ਸਾਡੇ ਸਿਆਸਤਦਾਨ ਤੇ ਕਿਉਂ ਲੋਕ ਯਕੀਨ ਨਹੀਂ ਕਰਦੇ। ਉਹ ਕਹਿੰਦੇ ਵੀ ਜੋ ਬਾਹਰ ਬੋਲਦਾ ਜ਼ਰੂਰੀ ਨਹੀਂ ਅੰਦਰ ਵੀ ਐਵੇਂ ਕਰੇ, ਅੰਦਰ ਆਪਸ 'ਚ ਐਡਜਸਟਮੈਂਟ ਕਰ ਲੇਗਾ, ਬਾਹਰ ਕੁਝ ਹੋਰ ਬੋਲ ਸਕਦਾ। ਦੂਜੀ ਗੱਲ ਇਹ ਵੀ ਹੈ ਕਿ ਮਾਮਲਾ ਕਰਪਸ਼ਨ ਦਾ ਹੈ, ਉਹ ਮਾਮਲਾ ਕੋਈ ਪੋਲੀਟੀਕਲ ਹੈ ਤਾਂ ਹੈ ਨਹੀਂ ਕਿ ਅਸੀਂ ਕਿਸੇ ਲੜਾਈ ਲੜ ਰਹੇ ਹਾਂ ਆਜ਼ਾਦੀ ਦੀ ਜਾਂ ਕੋਈ ਲੋਕਾਂ ਦੀ ਲੜਾਈ 'ਚ ਬੰਦਾ ਨੂੰ ਫੜਿਆ ਜਾ ਰਿਹਾ। ਉੱਥੇ ਤੁਸੀਂ ਚਲੋ ਕਈ ਗੱਲਾਂ ਲੋਕ ਬਰਦਾਸ਼ਤ ਵੀ ਕਰ ਲੈਂਦੇ ਨੇ ਕਿ ਲੋਕਾਂ ਲਈ ਲੜਿਆ। ਇੱਕ ਕਰਪਸ਼ਨ ਦੇ ਚਾਰਜਸ 'ਚ ਬੰਦਾ ਅੰਦਰ ਜਾਣਾ ਹੈ ਤੇ ਉਹਦੇ ਲਈ ਤੁਸੀਂ ਇੰਨਾ ਕੁਝ ਦੂਜੇ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਹੋ, ਤੇ ਉਹ ਮੇਰਾ ਖਿਆਲ ਹੈ ਉਹਨਾਂ ਗੱਲਾਂ ਤੋਂ ਗੁਰੇਜ਼ ਕਰਨ ਦੀ ਲੋੜ ਹੁੰਦੀ ਹੈ। ਔਰ ਬਿਲਕੁਲ ਜੇਕਰ ਕਾਨੂੰਨ ਅਸੀਂ ਕਹਿੰਦੇ ਆ ਰੂਲ ਆਫ ਲਾ ਹੈ, ਕਾਨੂੰਨ ਸਭ ਲਈ ਬਰਾਬਰ ਹੈ, ਤਾਂ ਜੇ ਉਹ ਸਭ ਲਈ ਕਿਤੇ ਬਰਾਬਰ ਹੋ ਜੇ ਦੇਸ਼ 'ਚ ਤਾਂ ਆਟੋਮੈਟਿਕਲੀ ਇਹ ਦੇਸ਼ ਬੜਾ ਚੰਗਾ ਦੇਸ਼ ਬਣ ਜਾਏਗਾ। ਅਸਲ 'ਚ ਆਹੀ ਪ੍ਰਿਵਿਲੇਜ ਬਹੁਤ ਜ਼ਿਆਦਾ ਉਹ ਕਰਦੇ ਨੇ ਕਿਉਂਕਿ ਐਮਪੀ ਦਾ ਵੀ ਇੱਕ ਪ੍ਰਿਵਿਲੇਜ ਹੁੰਦਾ ਹੈ ਔਰ ਬਾਕੀ ਚੀਜ਼ਾਂ ਵੀ ਜਿਹੜੀਆਂ ਪ੍ਰਿਵਿਲੇਜ ਦੇ ਮਾਮਲੇ ਦੇ ਵਿੱਚ ਆਉਂਦੀਆਂ ਨੇ, ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਜਿਹੀਆਂ ਚੀਜ਼ਾਂ ਨੂੰ ਰੋਕ ਦਿੰਦੀਆਂ ਨੇ ਕਈ ਵਾਰ ਵੀ ਨਹੀਂ ਜੀ ਕਿਤੇ ਆ ਨਾ ਹੋ ਜੇ, ਆ ਨਾ ਹੋ ਜੇ, ਆ ਨਾ ਹੋ ਜੇ।
ਇਹਨਾਂ ਨੂੰ ਵੀ ਧਿਆਨ ਚ ਰੱਖਣ ਦੀ ਬੜੀ ਲੋੜ ਹੈ। ਜੇ ਉਹ ਪ੍ਰਿਵਿਲੇਜ ਨਹੀਂ, ਜਦੋਂ ਤੁਹਾਡਾ ਪ੍ਰਿਵਿਲੇਜ ਆ ਪਾਰਲੀਮੈਂਟ ਦੇ ਅੰਦਰ ਬੋਲਦੇ ਹੋ, ਉੱਥੇ ਤੁਹਾਨੂੰ ਹੱਕ ਹੈ ਜੋ ਮਰਜ਼ੀ ਬੋਲੋਗੇ ਅੰਦਰ ਰਹਿੰਦੇ ਹੋਏ। ਬਾਹਰ ਜੋ ਬੋਲੋਗੇ ਉੱਥੇ ਨਹੀਂ ਉਹੀ ਅਧਿਕਾਰ ਤੁਹਾਡਾ ਜੋ ਕਿ ਉਹਦੇ ਕੋਈ ਮੁਕੱਦਮਾ ਨਾ ਹੋ ਸਕੇ, ਉਹਦੇ ਤੇ ਕੋਈ ਤੁਹਾਡੇ ਖਿਲਾਫ ਕਾਰਵਾਈ ਨਾ ਹੋ ਸਕੇ। ਇਹ ਪਾਰਲੀਮੈਂਟ ਦੇ ਅੰਦਰ ਦੀ ਗੱਲ ਹੈ, ਬਾਹਰ ਦੀ ਨਹੀਂ ਹੈ। ਇਹਨੂੰ ਵੀ ਧਿਆਨ ਚ ਰੱਖਣਾ ਚਾਹੀਦਾ। ਤੁਸੀਂ ਠੀਕ ਕਹਿੰਦੇ ਹੋ ਕਿ ਪਾਰਲੀਮੈਂਟ ਦੇ ਅੰਦਰ ਬੋਲਿਆ ਹਰ ਸ਼ਬਦ ਅਧਿਕਾਰਤ ਹੁੰਦਾ ਔਰ ਉਹਦੇ ਉੱਤੇ ਕਾਨੂੰਨ ਲਾਗੂ ਨਹੀਂ ਹੁੰਦਾ। ਕਿਸੇ ਵੀ ਤਰ੍ਹਾਂ ਦਾ ਡੈਫਾਮੇਟਰੀ ਜਾਂ ਕ੍ਰਿਮੀਨਲ ਜਾਂ ਕੁਝ ਵੀ ਇਸ ਤਰ੍ਹਾਂ ਦਾ ਕੋਈ ਸੂਟ ਜਾਂ ਕੁਝ ਹੋਰ ਫਾਈਲ ਨਹੀਂ ਕੀਤਾ ਜਾ ਸਕਦਾ। ਲੇਕਿਨ ਕਈ ਵਾਰੀ ਅਸੀਂ ਭੁਲੇਖਾ ਜਾਂ ਮੁਗਾਲਤੇ ਚ ਹੁੰਨੇ ਆ ਕਿ ਬਾਹਰ ਵੀ ਸਾਨੂੰ ਇਹੀ ਅਖਤਿਆਰਾਤ ਨੇ। ਖੈਰ ਆਪਾਂ ਅੱਗੇ ਵਧਦੇ ਆ। ਜੇ ਗੱਲ ਹੁਣ ਕਾਂਗਰਸੀਆਂ ਦੀ ਚੱਲੀ ਆ ਤਾਂ ਇੱਕ ਕੱਦਵਰ ਆਗੂ ਮਨਪ੍ਰੀਤ ਸਿੰਘ ਬਾਦਲ ਲਗਭਗ ਪਿਛਲੇ 20 ਸਾਲ ਦੇ ਵਿੱਚ ਕਿਸੇ ਨਾ ਕਿਸੇ ਰੂਪ ਚ ਮੂਰਲੀਆਂ ਸਫਾ ਚ ਨੇ ਪੋਲਿਟਿਕਸ ਦੇ, ਔਰ ਪ੍ਰਸ਼ਾਸਨਿਕ ਰੋਲ ਵੀ ਉਹਨਾਂ ਦਾ ਇੱਕ ਖਾਸ ਤਰ੍ਹਾਂ ਦਾ ਰਿਹਾ। ਫਾਈਨਾਂਸ ਮਿਨਿਸਟਰ, ਸਾਰੀਆਂ ਨੀਤੀਆਂ ਬਣਾਉਣੀਆਂ, ਹਰ ਤਰ੍ਹਾਂ ਦਾ ਸਟੇਟ ਨੂੰ ਲੈ ਕੇ। ਇਹ ਮੈਨੂੰ ਲੱਗਦਾ ਮੁੱਖ ਮੰਤਰੀ ਤੋਂ ਵੀ ਅਹਿਮ ਪੋਰਟਫੋਲੀਓ ਹੁੰਦਾ ਜਿੱਥੇ ਜਾ ਕੇ ਤੁਸੀਂ ਸਟੇਟ ਨੂੰ ਦਿਸ਼ਾ ਦੇਣੀ ਹੁੰਦੀ। ਕਾਂਗਰਸੀ ਸਭਾ ਦੇ ਵਿੱਚ ਅੱਜ ਕੱਲ ਗੱਲਬਾਤ ਹੋ ਰਹੀ ਹੈ, ਘੁਸਰ ਮੁਸਰ ਹੋ ਰਹੀ ਹੈ ਕਿ ਰਾਜਾ ਵੜਿੰਗ ਦੇ ਹੁੰਦਿਆਂ ਮਨਪ੍ਰੀਤ ਬਾਦਲ ਦੀ ਚੁੱਪ ਕਿਤੇ ਮਨਪ੍ਰੀਤ ਬਾਦਲ ਨੂੰ ਕਾਂਗਰਸ ਤੋਂ ਦੂਰ ਕਰ ਦੂਗੀ। ਪਿਛਲੇ ਦਿਨਾਂ 'ਚ ਜਿਹੜੇ ਧਰਨੇ ਹੋਏ ਸਰਾਰੀ ਦੀ ਗ੍ਰਿਫਤਾਰੀ ਨੂੰ ਲੈ ਕੇ, ਉਹਦੇ ਵਿੱਚ ਵੀ ਮਨਪ੍ਰੀਤ ਬਾਦਲ ਨਦਾਰਦ ਰਹੇ। ਵੈਸੇ ਉਹ ਆਮ ਤੌਰ ਤੇ ਧਰਨਿਆਂ ਦੀ ਪੋਲਿਟਿਕਸ ਤੋਂ ਦੂਰ ਹੀ ਰਹਿੰਦੇ ਆ। ਮੈਨੂੰ ਲੱਗਦਾ ਉਹਨਾਂ ਦਾ ਵੀ ਨਜ਼ਰੀਆ ਡਾਕਟਰ ਮਨਮੋਹਨ ਸਿੰਘ ਵਰਗਾ ਹੈ ਵੀ ਮੇਰੀ ਕਾਬਲੀਅਤ ਦੇ ਆਧਾਰ ਤੇ ਮੈਨੂੰ ਅਹੁਦਾ ਦਿਓ, ਮੈਂ ਡਿਲੀਵਰ ਕਰਾਂ ਨਾ ਕਰਾਂ ਉਹ ਵੱਖਰਾ ਪਹਿਲੂ ਆ। ਗੱਲ ਤੋਰ ਦਿਓ ਜ਼ਰਾ ਕਿ ਕੀ ਮਨਪ੍ਰੀਤ ਬਾਦਲ ਕੋਈ ਹੋਰ ਰਾਹ ਰਸਤਾ ਵੀ ਲੱਭਣ ਲਈ ਮਜਬੂਰ ਹੋ ਸਕਦੇ ਆ, ਕਿਉਂਕਿ ਉਹਨਾਂ ਦਾ ਸ਼ਰੀਕ ਉੱਪਰਲੀ ਚੇਅਰ ਤੇ ਆ ਤੇ ਬਾਜਵਾ ਸਾਹਿਬ ਵੀ ਉੱਥੇ ਬੈਠੇ ਨੇ। ਮੁੱਖ ਮੰਤਰੀ ਬਣਨ ਦਾ ਚਾਂਸ ਘਟਦੇ ਜਾਂਦੇ ਆ। ਜਿਹੜੇ ਕਦੇ ਹਿਮਾਚਲ ਦੀਆਂ ਵਾਦੀਆਂ 'ਚ ਕਿਸੇ ਨਾਲ ਗੱਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਸੀ, ਜਿਹਦਾ ਮਨਪ੍ਰੀਤ ਬਾਦਲ ਅਕਸਰ ਅਫਸਰਸ਼ਾਹੀ ਕੋਲ ਜ਼ਿਕਰ ਕਰਦੇ ਰਹੇ, ਵੀ ਉਹਨਾਂ ਕਿਹਾ ਸੀ ਕਿ ਸਾਡੇ ਕੋਲ ਮੁੱਖ ਮੰਤਰੀ ਬਣਨ ਦਾ ਮਟੀਰੀਅਲ ਮਨਪ੍ਰੀਤ ਬਾਦਲ ਦੇ ਰੂਪ 'ਚ ਮੌਜੂਦ ਆ ਜੀ। ਹਾਂ ਬਿਲਕੁਲ, ਮੈਨੂੰ ਲੱਗਦਾ ਜਿਹੜੇ ਇਹੋ ਜਿਹੇ ਮਟੀਰੀਅਲ ਐਵੇਂ ਕੱਢੇ ਜਾਂਦੇ ਨਾ, ਲੋਕਾਂ ਦੇ ਵਿੱਚ ਨਹੀਂ ਨਾਲ ਜੋੜੇ ਜਾਂਦੇ ਜਾਂ ਟੀਮ ਨਾਲ ਇਨਕੁਆਇਰੀ ਕਰਦੇ, ਉਹ ਫਿਰ ਖਤਰਨਾਕ ਹੀ ਹੁੰਦੇ ਨੇ। ਮੈਨੂੰ ਲੱਗਦਾ ਕਾਂਗਰਸ ਦਾ ਹਾਲ ਵੀ ਹੌਲੀ ਹੌਲੀ ਤਾਂ ਇੱਧਰ ਨੂੰ ਜਾਂਦਾ। ਜਿੰਨਾ ਚਿਰ ਪਬਲਿਕ 'ਚ ਐਕਸੈਪਟੇਬਲ ਲੀਡਰ ਹੁੰਦੇ ਸੀ ਤਾਂ ਉਹ ਹੋਰ ਤਰ੍ਹਾਂ ਦਾ ਸੀਗਾ। ਮਨਪ੍ਰੀਤ ਬਾਦਲ ਅਸਲ ਦੇ ਵਿੱਚ ਇੱਕ ਘਰਾਣੇ ਕਰਕੇ ਪੋਲਿਟਿਕਸ 'ਚ ਆਏ। ਜਦੋਂ ਬਾਈ ਇਲੈਕਸ਼ਨ ਸੀਗੀ ਗਿੱਦੜਬਾੜੇ ਬਾਹੇ ਦੀ 1995 ਦੇ ਵਿੱਚ, ਉਦੋਂ ਕਹਿੰਦੇ ਜੀ ਬਾਦਲ ਪਰਿਵਾਰ ਹੀ ਲੜ ਸਕਦਾ। ਬਾਦਲਾਂ ਦੇ ਇਹੀ ਇੱਕ ਤਰੀਕ ਦਿੰਦੇ ਰਹੇ ਹਮੇਸ਼ਾ ਹੀ ਵੀ ਦੂਜੇ ਤੋਂ ਜਿੱਤੀ ਨਹੀਂ ਜਾਣੀ ਜੀ, ਇਸ ਲਈ ਇਹਨਾਂ ਨੂੰ ਲੜਾ ਦਿਓ। ਉਦੋਂ ਜਦੋਂ ਸਰਦਾਰ ਬੇਅੰਤ ਸਿੰਘ ਸੀਗੇ, ਮਤਲਬ ਉਦੋਂ ਚੀਫ ਮਿਨਿਸਟਰ ਅਜੇ, ਤੇ ਉਦੋਂ ਆਏ ਪੜ੍ਹਦੇ ਲਿਆ ਕੇ ਇੱਥੇ ਸ਼ੁਰੂ ਕਰਤੇ ਤੇ ਅਗਲੀ ਅਕਾਲੀ ਸਰਕਾਰ ਆ ਗਈ ਉਦੋਂ ਬਾਅਦ, ਤੇ ਫਿਰ ਮਿਨਿਸਟਰ ਦਰ ਮਿਨਿਸਟਰ ਲਗਾਤਾਰ ਚੱਲੇ। ਮਤਲਬ ਕੋਈ ਬਹੁਤ ਜ਼ਿਆਦਾ ਹੇਠੋਂ ਉੱਠ ਕੇ ਹੇਠਲੀਆਂ ਕਮੇਟੀਆਂ 'ਚ ਉਹਨੇ ਮੈਂਬਰਸ਼ਿਪ ਕੱਟੀ ਹੋਵੇ, ਫਿਰ ਬਲਾਕ ਦਾ ਪ੍ਰਧਾਨ ਬਣਿਆ ਹੋਵੇ, ਫਿਰ ਉੱਪਰ, ਉਹ ਤਾਂ ਪ੍ਰੋਸੈਸ 'ਚੋਂ ਨਹੀਂ ਆਏ। ਇਸੇ ਕਰਕੇ ਧਰਨਿਆਂ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਤਾਂ, ਅਸੀਂ ਤਾਂ ਰੂਲ ਕਰਨ ਲਈ ਪੈਦਾ ਹੋਏ ਆ। ਜਿਵੇਂ ਧਰਨੇ ਵਾਲੇ ਵਰਕਰ ਹੁੰਦੇ ਨੇ ਉਹ ਹੋਰ ਹੁੰਦੇ ਨੇ, ਜੇ ਕਦੇ ਜਾ ਜੂ ਕੇ ਬੋਲਣਾ ਪੈ ਜੇ ਮਾੜਾ ਮੋਟਾ ਬੋਲ ਲਾਂਗੇ, ਨਹੀਂ ਤਾਂ ਲੋੜ ਨਹੀਂ ਹੈ। ਔਰ ਈਵਨ ਜਿਹੜੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਦੋਂ 2002 ਵਾਲੀ ਸਰਕਾਰ ਆਈ ਹੈ, ਬਾਦਲਾਂ ਖਿਲਾਫ ਵੀ ਕਾਫੀ ਵਿਜੀਲੈਂਸ ਦਾ ਇੱਕ ਦੌਰ ਚੱਲਿਆ ਸੀ। ਉਦੋਂ ਵੀ ਮਨਪ੍ਰੀਤ ਕਾਫੀ ਦੇਰ ਇੱਧਰ ਉੱਧਰ ਰਹੇ ਤੇ ਇਹ ਸਵਾਲ ਉੱਠਿਆ ਸੀ ਬਾਰ-ਬਾਰ ਕਿ ਉਹ ਕਿੱਥੇ ਨੇ, ਉਹ ਸਾਈਡ ਤੇ ਕਿਉਂ ਨੇ, ਜੇ ਬਾਦਲ ਪਰਿਵਾਰ ਹੀ ਸਾਰਾ ਕੁਝ, ਉਹਦੇ ਤੇ ਅਟੈਕ ਵੀ ਇੱਕ ਲੈਵਲ ਦਾ ਉਹ ਜਿਹਾ ਹੋ ਰਿਹਾ ਹੈ, ਕਰਪਸ਼ਨ ਦਾ ਜੇ ਉਹ। ਪਰ ਚਲਦੇ ਫਿਰ ਉਹ ਆਏ ਸੀ ਬੜੇ ਬਾਅਦ ਚ, ਜਦੋਂ ਇੱਕ ਗੱਲ ਮੈਨੂੰ ਲੱਗਦਾ ਸੈਂਟਰ ਸਟੇਟ ਚ ਹੋ ਗਈ ਸੀ, ਬਾਲਾਸਰ ਬੰਦੇ ਰੱਖ ਲਏ ਸੀ। ਗਵਰਨਮੈਂਟ ਆਫ ਇੰਡੀਆ ਡਾਕਟਰ ਮਨਮੋਹਨ ਸਿੰਘ ਨਾਲ ਵੀ ਗੱਲਬਾਤ ਹੋਣ ਤੋਂ ਬਾਅਦ ਇਹ ਹੋ ਗਿਆ ਸੀ ਅਮਰਿੰਦਰ ਸਿੰਘ ਪਿੱਛੇ ਹਟ ਜਾਣਗੇ, ਫਿਰ ਆ ਗਏ ਤੇ ਫਿਰ ਉਹ ਚੀਜ਼ਾਂ ਚੱਲ ਪਈਆਂ। ਇੱਕ ਵਾਰ ਇਹ ਗੱਲ ਵੀ ਚੱਲੀ ਸੀ ਕਿ ਬਠਿੰਡੇ ਇੱਕ ਧਰਨਾ ਦਿੱਤਾ ਸੀ ਤੇ ਉੱਥੇ ਬਾਹਰ ਸਟੇਜਾਂ ਤੇ, ਖੁੱਲੀ ਸਟੇਜ ਤੇ ਏਸੀ ਲਾ ਲਏ ਸੀ। ਉਹ ਵੀ ਬੜੀ ਚਰਚਾ ਵਾਲੀ ਗੱਲ ਹੋਈ ਸੀ ਕਿ ਵੀ ਯਾਰ ਇਹ ਵੀ ਇੱਕ ਨਵਾਂ ਧਰਨੇ ਵਾਲਾ ਕੰਮ ਹੋਇਆ। ਐਤਕੀ ਜਿਹੜੇ ਧਰਨੇ ਚੱਲ ਰਹੇ ਨੇ, ਬਿਲਕੁਲ ਉਹਨਾਂ ਦੀ ਕੰਟਰਾਡਿਕਸ਼ਨ ਰਾਜਾ ਵੜਿੰਗ ਨਾਲ ਸ਼ੁਰੂ ਤੋਂ ਹੈ। ਰਾਜਾ ਵੜਿੰਗ ਨੇ ਇਸ ਚੋਣ ਦੇ ਵਿੱਚ ਇੱਕ ਐਲੀਗੇਸ਼ਨ ਲਾਇਆ ਸੀ ਜੱਜ ਕੇ ਕਿ ਇੱਥੇ ਮੇਰੇ ਖਿਲਾਫ ਬਾਦਲ ਪਰਿਵਾਰ ਤੇ ਕਾਂਗਰਸ ਦੇ ਜਿਹੜੇ ਮੇਨ ਬੰਦੇ ਇਕੱਠੇ ਹੋ ਗਏ ਨੇ, ਮਤਲਬ ਵੀ ਉਹ ਮੇਰੀ ਸਹਾਇਤਾ। ਔਰ ਇਸ ਗੱਲ ਦੀ ਤਸਦੀਕ ਜਿਹੜੇ ਗਰਗ ਸਾਹਿਬ ਉੱਥੇ ਦੇ ਇਹਨਾਂ ਦੇ ਕੈਂਡੀਡੇਟ ਸੀ, ਉਹ ਵੀ ਛੱਡ ਕੇ ਜਾਣ ਲੱਗੇ ਸੀ, ਉਹਨਾਂ ਨੇ ਵੀ ਇਹਦੀ ਕੀਤੀ ਕਿ ਹਾਂ ਇਹ ਤਾਂ ਯਾਰ ਇਕੱਠੇ ਹੋ ਗਏ ਨੇ, ਮੈਨੂੰ ਵੋਟ ਨਹੀਂ ਪਾਈ, ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਸੀ ਕਿ ਇਹਨਾਂ ਨੇ ਇੰਨਾ ਸਕੈਂਡਲ ਜੇ ਉਹ ਫਾਈਨਾਂਸ ਮਾਮਲੇ ਦੇ ਵਿੱਚ ਵੀ ਕੀਤੇ ਸੀ। ਪਰ ਹੁਣ ਰਾਜਾ ਵੜਿੰਗ ਨੂੰ ਬਣਾ ਦਿੱਤਾ ਗਿਆ ਪ੍ਰਧਾਨ।
ਤੇ ਇਹ ਧਰਨੇ ਦੇ ਵਿੱਚ ਤਾਂ ਨਾ ਮਨਪ੍ਰੀਤ, ਨਾ ਜਿਹੜੇ ਉਹਦੀ ਐਬਸੈਂਟ ਦੇ ਵਿੱਚ ਉਹਨਾਂ ਦਾ ਹਲਕਾ ਦੇਖਦੇ ਸੀ, ਉਹਨਾਂ ਦੇ ਰਿਸ਼ਤੇਦਾਰ ਨੇ ਨੇੜੇ ਜੈਜੀਤ ਜੌਹਲ, ਉਹ ਵੀ ਨਹੀਂ ਆਏ, ਤੇ ਨਾਲ ਉਹਨਾਂ ਦੇ ਨਾਲ ਇੱਕ ਮੇਅਰ ਸੀਗੇ ਗੋਇਲ ਸਾਹਿਬ, ਜਿਹੜੇ ਉਹਨਾਂ ਨੇ ਬਣਾਏ ਸੀ ਆਪਣੇ ਤਰੀਕੇ ਨਾਲ, ਉਹ ਵੀ ਨਹੀਂ ਆਏ। ਮਤਲਬ ਸਾਰਾ ਗਰੁੱਪ ਨਹੀਂ ਆਇਆ। ਤੇ ਜੇ ਤਰੀਕਾ ਦੇਖੀਏ ਮਨਪ੍ਰੀਤ ਬਾਦਲ ਦਾ, ਜਦੋਂ ਅਕਾਲੀ ਦਲ ਚੋਂ ਆਏ, ਪੀਪੀ ਬਣਾਈ, ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਇੱਕ ਹਵਾ ਦੇ ਘੋੜੇ ਚੜ੍ਹ ਕੇ ਸ਼ਾਇਦ ਪੰਜਾਬ ਦੇ ਵਿੱਚ ਗੱਲ ਹੀ ਬਣ ਜੇ ਚੀਫ ਮਿਨਿਸਟਰ ਬਣਨ ਦੀ। ਤੇ ਉਧਰ ਤਾਂ ਸ਼ਾਇਦ ਸੁਖਬੀਰ ਬਾਦਲ ਹੈਗਾ, ਮੇਨਲੀ ਮੇਰਾ ਦੌਰ ਨਹੀਂ ਅਜੇ ਆਇਆ। ਪਰ ਜਦੋਂ ਪੀਪੀ ਬਣੀ, ਪੀਪੀ ਹਾਰ ਗਈ, ਹਾਲਾਂਕਿ 6% ਵੋਟਾਂ ਮਿਲੀਆਂ ਸੀ। ਉਦੋਂ ਆਪ ਕਦੋਂ ਕਾਂਗਰਸ ਨਾਲ ਚੱਲ ਗਏ, ਇਹ ਭਗਵੰਤ ਮਾਨ ਹੋਣੀ ਤੇ ਬਾਕੀ ਦੇਖਦੇ ਰਹਿ ਗਏ। ਇਹ ਪੀਪੀ ਚ ਹੀ ਖੜੇ ਨੇ ਵਿਚਾਰੇ, ਤੇ ਬੰਦੇ ਉਧਰ ਐਡਜਸਟਮੈਂਟ ਕਰਕੇ ਕਾਂਗਰਸ ਦੇ ਵਿੱਚ ਚਲੇ ਗਏ। ਤੇ ਕਾਂਗਰਸ ਤੋਂ ਬਾਅਦ ਹੁਣ ਉਹ ਬੜਾ ਸੀ, ਚੰਨੀ ਵੇਲੇ ਵੀ ਬਿਨਾਂ ਸ਼ੱਕ ਚੰਗੀ ਅੰਗਰੇਜ਼ੀ ਬੋਲਦੇ ਨੇ, ਬਾਹਰੋਂ ਆਏ ਨੇ, ਰਾਹੁਲ ਗਾਂਧੀ ਨੂੰ ਜੱਚਦੇ ਵੀ ਹੋਣਗੇ, ਉਹਨਾਂ ਨਾਲ ਡਾਇਰੈਕਟ ਗੱਲ ਵੀ ਹੁੰਦੀ ਹੈ। ਔਰ ਕਿਹਾ ਇਹ ਜਾਂਦਾ ਕਿ ਚੰਨੀ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਤੁੜਕਾ ਲਾਇਆ ਸੀ ਕਿ ਚੰਨੀ ਨੂੰ ਬਣਾ ਦਿਓ, ਤੇ ਚੰਨੀ ਉਹਨਾਂ ਨੂੰ ਚਲਾਉਣ ਦੇ ਵਿੱਚ ਵੀ ਇੱਕ ਹੱਦ ਤੱਕ ਉਹਨਾਂ ਦਾ ਰੋਲ ਮੰਨਿਆ ਜਾਂਦਾ ਰਿਹਾ। ਉਹਨਾਂ ਦਿਨਾਂ ਦੇ ਵਿੱਚ ਵੀ ਉਹ ਚੰਨੀ ਉਵੇਂ ਕਰਦਾ ਜਿਵੇਂ ਮਨਪ੍ਰੀਤ ਬਾਦਲ ਪਰਦੇ ਦੇ ਪਿੱਛੇ ਰਹਿ ਕੇ ਕਰਦੇ ਨੇ, ਉਸ ਤਰੀਕੇ ਦਾ। ਹੁਣ ਉਹ ਆਨੰਦ ਅਗਲੇ ਦਿਨਾਂ 'ਚ ਆਏਗਾ ਜਾਂ ਨਹੀਂ, ਜਦੋਂ ਇਹ ਹੋਏਗਾ। ਸਿੱਧਾ ਤਾਂ ਤੁਹਾਨੂੰ ਕੋਈ ਨਹੀਂ ਬਣਾ ਸਕਦਾ ਚੀਫ ਮਿਨਿਸਟਰ ਜੇ ਪੰਜਾਬ ਦੇ ਲੋਕ ਨਹੀਂ ਉਹ ਕਹਿਣਗੇ। ਐਸੇ ਮਾਹੌਲ ਦੇ ਵਿੱਚ ਕੀ ਬਚਦਾ ਹੁਣ ਫਿਊਚਰ ਦੇ ਵਿੱਚ? ਬਚਦਾ ਕੁਝ ਨਹੀਂ ਮੇਰੇ ਖਿਆਲ ਹੈ, ਬਹੁਤ ਵੱਡਾ। ਔਰ ਪੋਲੀਟੀਕਲੀ ਕਦੇ ਉਹ ਇਹ ਸਟੈਂਡ ਲੈਣ ਵਾਲੇ ਨਹੀਂ ਮੰਨੇਗੇ ਕਿ ਉਹ ਫੈਡਰਲ ਸਟਰਕਚਰ ਦੇ ਮੁਦਈ ਨੇ, ਉਹ ਅਕਾਲੀ ਪੋਲਿਟਿਕਸ ਦੇ ਮੁਦਈ ਨੇ, ਉਹਨਾਂ ਨੂੰ ਨੈਸ਼ਨਲਿਜ਼ਮ ਦੀ ਉਸ ਪੋਲਿਟਿਕਸ ਨਾਲ ਕੋਈ ਪ੍ਰੋਬਲਮ ਨਹੀਂ ਹੈ। ਤਾਂ ਇਹਦੇ ਤੋਂ ਮੈਨੂੰ ਇਹ ਲੱਗਦਾ ਨਾ ਕਾਂਗਰਸ, ਨਾ ਬੀਜੇਪੀ, ਨਾ ਕੋਈ ਅਦਰ ਪਾਰਟੀ। ਕਈ ਪੋਲੀਟੀਸ਼ੀਅਨ ਐਸੇ ਹੁੰਦੇ ਨੇ ਜਿਹੜੇ ਸੋਭਰ, ਅਸੀਂ ਦੇਸ਼ ਪ੍ਰੇਮ, ਅਸੀਂ ਬਾਕੀ ਚੀਜ਼ਾਂ ਦੇ ਉੱਪਰ ਦਾ ਲਵਾਦਾ ਪਾ ਕੇ ਜਿੱਥੇ ਮਰਜ਼ੀ ਜਾ ਸਕਦੇ ਹੋ। ਮੈਨੂੰ ਨਹੀਂ ਪਤਾ ਕਿਤੇ ਕੋਈ ਗੱਲ ਚੱਲਦੀ ਹੈ, ਜਾਣਗੇ ਨਹੀਂ ਜਾਣਗੇ, ਪਰ ਉਹਨਾਂ ਲਈ ਕੋਈ ਔਖਾ ਕੰਮ ਨਹੀਂ ਹੋਏਗਾ ਕਿਤੇ ਜਾਣਾ ਵੀ ਆਹ ਛੱਡਣਾ ਮੇਰੇ ਲਈ ਮੁਸ਼ਕਲ ਹੈ, ਮੈਂ ਉੱਥੇ ਜਾ ਨਹੀਂ ਸਕਦਾ। ਇਹੋ ਜੀ ਸਿਆਸਤ ਨਹੀਂ ਉਹ ਕਰਦੇ। ਤੁਸੀਂ ਠੀਕ ਕਹਿ ਰਹੇ ਹੋ, ਕੋਈ ਕ੍ਰਿਸ਼ਮਈ ਸ਼ਖਸੀਅਤ ਨਹੀਂ ਗੇ ਕਿ ਆਪਣੇ ਬਲਬੂਤੇ ਤੇ ਮੁੱਖ ਮੰਤਰੀ ਵਰਗਾ ਕੋਈ ਅਹੁਦਾ ਉਹਨਾਂ ਨੂੰ ਪਰੋਸ ਕੇ ਦਿੱਤਾ ਜਾਵੇ, ਪੰਜਾਬ ਦੇ ਲੋਕ ਕਹਿਣ ਕਿ ਨਹੀਂ ਇਹੀ ਬੰਦਾ ਚਾਹੀਦਾ। ਲੇਕਿਨ ਕਿਸੇ ਵੀ ਪਾਰਟੀ ਨੂੰ ਵਾਰਾ ਖਾ ਸਕਦੇ ਤੇ ਉਹ ਕਿਸੇ ਵੀ ਪਾਰਟੀ ਵਿੱਚ ਜਾਣ ਲਈ ਕੋਈ ਬਹੁਤ ਸਮਾਵਾਂ ਨਹੀਂ ਵੇਖਦੇ ਹੋਣਗੇ। ਪਰ ਫਿਲਹਾਲ ਉਹ ਕਾਂਗਰਸ ਵਿੱਚ ਆ, ਕਿਉਂਕਿ ਉਹਨਾਂ ਦਾ ਮੰਨਣਾ ਹੈ, ਲੋਕਾਂ ਦਾ ਵੀ ਤੇ ਉਹਨਾਂ ਦੇ ਘੇਰਿਆਂ ਦਾ ਵੀ, ਕਿ ਰਾਹੁਲ ਗਾਂਧੀ ਚੰਗੀ ਸੁਣਦੇ ਆ ਜੀ। ਕਦੇ ਦਿਨ ਪਰਤ ਆਉਂਦੇ ਹੁੰਦੇ, ਚੰਨੀ ਦਾ ਕਿਸੇ ਨੇ ਕਿਹੜਾ ਸੋਚਿਆ ਸੀ ਮੁੱਖ ਮੰਤਰੀ ਬਣ ਜਾਣਗੇ। ਔਰ ਕੈਪਟਨ ਅਮਰਿੰਦਰ ਸਿੰਘ ਬਾਰੇ ਕੌਣ ਸੋਚਦਾ ਸੀ ਵੀ ਚਲੇ ਜਾਣਗੇ। ਉਹ ਕੈਪਟਨ ਅਮਰਿੰਦਰ ਸਿੰਘ ਨਾਲ ਦੂਨ ਸਕੂਲ 올ਡ ਬॉयਜ਼ ਸੁਸਾਇਟੀ ਦਾ ਜ਼ਿਕਰ ਹੁੰਦਾ ਰਿਹਾ ਨਾ, ਕੈਪਟਨ ਅਮਰਿੰਦਰ ਸਿੰਘ ਨਾਲ ਉਸੇ ਹੀ ਸੁਸਾਇਟੀ ਦੇ ਨਜ਼ਰੀਓਂ ਘੇਰਿਆਂ 'ਚ ਆ ਗਏ, ਮੁੜ ਕੇ ਚੰਨੀ ਨਾਲ ਇੱਕ ਨਵੇਂ ਘੇਰਿਆਂ 'ਚ ਆ ਗਏ। ਸੋ ਸੱਤਾ ਦੇ ਨੇੜੇ ਰਹਿਣਾ ਤੇ ਸੱਤਾ ਨੂੰ ਚਲਾਉਣ ਦਾ ਹੁਨਰ ਤਾਂ ਮਨਪ੍ਰੀਤ ਬਾਦਲ ਨੂੰ ਆਉਂਦਾ ਹੈ, ਪਰ ਮੈਨੂੰ ਲੱਗਦਾ ਕਿ ਲੋਕ ਮਨਾਂ ਦੇ ਵਿੱਚ ਰਾਜ ਕਰਨ ਲਈ ਕੋਈ ਹੋਰ ਤਰ੍ਹਾਂ ਦੀ ਕਾਬਲੀਅਤ ਹੁੰਦੀ ਆ। ਉੱਥੇ ਅਜੇ ਕੁਝ ਹੋਮਵਰਕ ਦੀ ਲੋੜ ਆ। ਸ਼ਾਇਦ ਉੱਥੇ ਉਰਦੂ ਦੀ ਸ਼ੇਰੋ ਸ਼ਾਇਰੀ ਜਾਂ ਕਿਤਾਬਾਂ ਨਾਲ ਜੁੜੀਆਂ ਗੱਲਾਂ ਬਹੁਤੀਆਂ ਰਾਸ ਨਹੀਂ ਆਉਂਦੀਆਂ। ਲੋਕ ਤਾਂ ਕਹਿੰਦੇ ਸਿੱਧੇ ਹਿੱਕ 'ਚ ਵੱਜੋ, ਸਵਾਦ ਤੇ ਤਾਂ ਸਟਰਗਲ ਜਿਹੜੇ ਸੰਘਰਸ਼ ਜਿਹੜੇ ਉਹਨਾਂ ਦੇ ਲਈ ਲੋਕਾਂ ਦੇ ਨਾਲ ਖੜੇ ਹੋਵੋ। ਅਗਲੀ ਗੱਲ ਲੈਂਦੇ ਆ ਜੀ ਆਪਾਂ ਹੁਣ, ਥੋੜਾ ਤੇਜ਼ੀ ਨਾਲ ਰਹਿਣਾ। ਹਰਮੀਤ ਸਿੰਘ ਜੀ, ਜਦੋਂ ਕੇਜਰੀਵਾਲ ਦਿੱਲੀ ਦੇ ਵਿੱਚ ਆਪਣੇ ਬੰਦਿਆਂ ਦੀ ਪਿੱਠ ਪੂਰਦੇ ਆ ਨਾ, ਬਣਦਾ ਹੈ ਹਰੇਕ ਲੀਡਰ ਨੂੰ ਚਾਹੀਦਾ ਹੈ ਕਿ ਉਹ ਮਗਰ ਖਲੋਵੇ। ਕੇਜਰੀਵਾਲ ਸਾਹਿਬ ਬਿਨਾਂ ਮਹਿਕਮੇ ਤੋਂ ਮੁੱਖ ਮੰਤਰੀ ਹੈ ਤੇ ਮਹਿਕਮੇ ਸਾਰੇ ਉਹਨਾਂ ਦੇ ਇਹ ਸਿੱਪਾ ਸਲਾਰਾਂ ਕੋਲ ਹੈ। ਪਹਿਲਾਂ ਜੈਨ ਸਾਹਿਬ ਅੰਦਰ ਨੇ, ਅਜੇ ਤੱਕ ਜ਼ਮਾਨਤ ਨਹੀਂ ਹੋਈ, ਸਤਿੰਦਰ ਜੈਨ, ਤੇ ਹੁਣ ਅੱਜ ਉਹਨਾਂ ਨੂੰ ਖਦਸ਼ਾ ਹੈ ਕਿ ਗ੍ਰਿਫਤਾਰ ਕਰ ਲਿਆ ਜਾਊਗਾ ਮਨੀਸ਼ ਸਿਸੋਦੀਆ ਨੂੰ। ਹਾਲਾਂਕਿ ਕਿਸੇ ਏਜੰਸੀ ਨੇ ਜਾਂ ਕਿਸੇ ਕੇਂਦਰੀ ਹਾਕਮ ਨੇ ਇਸ ਤਰ੍ਹਾਂ ਦਾ ਇਸ਼ਾਰਾ ਮਾਤਰ ਨਹੀਂ ਕੀਤਾ, ਲੇਕਿਨ ਜਿਹੜੇ ਬੰਦੇ ਫੜੇ ਹੋਏ ਆ ਕਨਸੋਆਂ ਜ਼ਰੂਰ ਨੇ ਕਿ ਕੋਈ ਨਾ ਕੋਈ ਰਾਹ ਰਸਤੇ ਐਸੇ ਹੈਗੇ ਆ ਕਿ ਮਨੀਸ਼ ਸਿਸੋਦੀਆ ਐਕਸਾਈਜ਼ ਪਾਲਿਸੀ ਨੂੰ ਲੈ ਕੇ ਨਿਸ਼ਾਨੇ ਤੇ ਨੇ। ਹੁਣ ਵੇਖਣ ਵਾਲੀ ਗੱਲ ਆ ਕਿ ਉਹਨਾਂ ਕੋਲ ਕੋਈ ਤੱਥ ਆ ਚੁੱਕਿਆ, FIR ਤਾਂ ਉਹਨਾਂ ਦੇ ਖਿਲਾਫ ਹੋਈ ਹੈ, ਕੀ ਉਹਨਾਂ ਕੋਲ ਕੋਈ ਐਸੇ ਐਵੀਡੈਂਸ, ਕੋਈ ਸਬੂਤ, ਕੋਈ ਤੱਥ ਉਹਨਾਂ ਕਲੈਕਟ ਕਰ ਲਿਆ ਜਿਹਦੇ ਆਧਾਰ ਤੇ ਉਹ ਗ੍ਰਿਫਤਾਰੀ ਕਰ ਸਕਣ। ਪਰ ਕੇਜਰੀਵਾਲ ਸਾਹਿਬ ਨੂੰ ਪੂਰਾ ਅੰਦੇਸ਼ਾ ਹੈ। ਪਰ ਜਿਹੜੀ ਗੱਲ ਉਹ ਕਰਦੇ ਆ ਸਿਸੋਦੀਆ ਔਰ ਸਤਿੰਦਰ ਜੈਨ ਨੂੰ ਭਗਤ ਸਿੰਘ ਨਾਲ ਤਸ਼ਬੀਹ ਦੇਣ ਦੀ, ਮੈਨੂੰ ਦੱਸਿਓ ਜ਼ਰਾ ਇਹ ਆਈਡੀਆ ਇਹ ਕੇਜਰੀਵਾਲ ਸਾਹਿਬ ਦੇ ਬ੍ਰੇਨ 'ਚ ਕਿੱਦਾਂ ਪੈਦਾ ਹੁੰਦਾ? ਪੰਜਾਬ ਦੇ ਕਲਚਰ 'ਚ ਭਗਤ ਸਿੰਘ ਦੀ ਇੱਕ ਖਾਸ ਤਸਵੀਰ ਹੈ ਔਰ ਇੱਥੇ ਆਮ ਤੌਰ ਤੇ ਇਹ ਤਸ਼ਬੀਹਾਂ ਨਹੀਂ ਦਿੱਤੀਆਂ ਜਾਂਦੀਆਂ। ਕੀ ਕਹਿੰਦੇ ਹੋ? ਵੈਸੇ ਹੀ ਮੈਨੂੰ ਲੱਗਦਾ ਸਾਡੇ ਪੋਲੀਟੀਸ਼ੀਅਨ ਜਨਰਲੀ ਵੀ ਹਲਕੇ ਹੋ ਗਏ ਨੇ। ਉਹਨਾਂ ਦੀ ਆਪਣੀ ਜ਼ੁਬਾਨ 'ਚ ਤਾਂ ਗੱਲ ਮਤਲਬ ਵਜਨ ਨਹੀਂ ਰਿਹਾ। ਜਦ ਤਾਂ ਬੰਦੇ ਅੱਗੇ ਪੋਲੀਟੀਸ਼ੀਅਨ ਹੁੰਦੇ ਸੀ, ਮੈਂ ਕਹਿ ਰਿਹਾ ਕਿ ਬੰਦਾ ਨਿਰਦੋਸ਼ ਹੈ, ਤੁਹਾਡੀ ਉਹ ਲੋਕ ਮੰਨ ਲੈਂਦੇ ਸੀ। ਔਰ ਜਿਹੜੇ ਬੰਦਿਆਂ ਨੇ ਕੰਮ ਕੀਤਾ ਹੁੰਦਾ ਉਸ ਪੱਧਰ ਦਾ, ਕਿਰਦਾਰ ਕਮਾਇਆ ਹੁੰਦਾ ਉਸ ਪੱਧਰ ਦਾ, ਤਾਂ ਉਹਨਾਂ ਨੂੰ ਮੇਰਾ ਖਿਆਲ ਹੈ ਤਸਵੀਰਾਂ ਦੇਣ ਦੀ ਲੋੜ ਵੀ ਘੱਟ ਪੈਂਦੀ ਹੈ ਤੇ ਉਸ ਪੱਧਰ ਦੀ ਦੇਣ ਦੀ ਲੋੜ ਨਹੀਂ।
ਹੁਣ ਕਿਤੇ ਕੋਈ ਧਾਰਮਿਕ ਆਗੂ ਦੀ ਦੇ ਦਿੰਦਾ, ਹੋਰ ਉੱਥੇ ਤਾਂ ਬੜਾ ਕਸੂਤਾ ਫਸਦਾ। ਚਲੋ ਭਗਤ ਸਿੰਘ ਦੇ ਮਾਮਲੇ 'ਚ ਕੋਈ ਧਾਰਮਿਕ ਉਹ ਜਿਹਾ ਤਾਂ ਇੱਕ ਗੱਲ ਨਹੀਂ ਹੈ। ਔਰ ਤੁਸੀਂ ਇਹ ਗੱਲ ਕਹਿਣਾ, ਦੋ ਗੱਲਾਂ, ਇੱਕ ਕਿ ਇਹ ਅੱਜ ਦੇ ਭਗਤ ਸਿੰਘ ਨੇ, ਦੂਜਾ ਇਹ ਦੂਜੀ ਆਜ਼ਾਦੀ ਦੀ ਲੜਾਈ ਹੈ। ਤੁਹਾਡੇ ਕਮਾਲ ਹੈ ਯਾਰ, ਕੋਈ ਭ੍ਰਿਸ਼ਟਾਚਾਰ ਦੇ ਦੋ ਬੰਦਿਆਂ ਤੇ ਤੁਹਾਡੇ ਤੇ ਮੁਕੱਦਮੇ ਹੋ ਗਏ ਕਿਸੇ ਨਾ ਕਿਸੇ ਤਰੀਕੇ, ਹੋ ਸਕਦਾ ਉਹ ਝੂਠੇ ਹੋਏ ਹੋਣ, ਹੋ ਸਕਦਾ ਤੁਸੀਂ ਪਾਕ ਸਾਫ ਆ ਜਾਓ, ਪਰ ਦੋ ਬੰਦੇ ਅੰਦਰ ਹੋਣਾ ਆਜ਼ਾਦੀ ਦੀ ਦੂਜੀ ਲੜਾਈ ਹੋ ਜਾਂਦੀ ਹੈ। ਉਹਦੇ ਖਿਲਾਫ, ਉਹਦੇ ਮਾਮਲੇ ਤੇ ਇਹ ਗੱਲ ਚੱਲਣਾ, ਦੇਸ਼ ਐਡਾ ਛੋਟਾ ਹੋ ਗਿਆ ਕਿ ਤੁਹਾਡੀ ਝੋਲੀ 'ਚ ਪੈ ਗਿਆ ਦੋ ਬੰਦਿਆਂ ਦੀ 'ਚ, ਕਿ ਬਹੁਤ ਵੱਡੇ ਲੋਕਾਂ ਦੇ ਸਰੋਕਾਰ ਤੇ ਮੁੱਦੇ ਐਡੇ ਵੱਡੇ ਪਏ ਹੋਏ ਨੇ, ਉਹਨਾਂ ਨੂੰ ਛੱਡ ਕੇ ਉਹਨਾਂ ਚਿਰ ਕੋਈ ਲੜਾਈ ਦੀ ਲੋੜ ਨਹੀਂ ਸੀ। ਫਿਰ ਜੇ ਤੁਹਾਨੂੰ ਸਰਕਾਰ ਐਵੇਂ ਹੀ ਚਲਾਉਣ ਦੀ ਇਜਾਜ਼ਤ ਦਿਓ, ਆਪਣੇ ਤਰੀਕੇ ਨਾਲ ਕੰਮ ਕਰਨ ਦੀ, ਜੋ ਮਰਜ਼ੀ ਕਰੋ, ਫਿਰ ਦੂਜੀ ਆਜ਼ਾਦੀ ਦੀ ਜੰਗ ਕਿੱਧਰ ਜਾਂਦੀ। ਤੇ ਸ਼ਹੀਦ ਭਗਤ ਸਿੰਘ ਦਾ ਮਾਮਲਾ ਇੱਕ ਸੈਕਰੀਫਾਈਸ, ਇੱਕ ਤਿਆਗ ਦਾ ਮਾਮਲਾ ਹੈ, ਸਰਕਾਰਾਂ ਦਾ ਮਾਮਲਾ ਨਹੀਂ, ਮੰਤਰੀ ਦੀ ਕੁਰਸੀ ਇੰਜੋਏ ਕਰਨ ਦਾ ਮਾਮਲਾ ਨਹੀਂ, ਤੇ ਆਪਣੇ ਤਰੀਕੇ ਨਾਲ ਚਲਾਉਣ ਦਾ ਓਡਾ ਛੋਟੀ ਗੱਲ ਨਹੀਂ ਹੈ। ਔਰ ਹੋ ਸਕਦਾ ਹੈ ਜੇ ਉਹ ਦੂਜੇ ਤੌਰ ਤਰੀਕੇ 'ਚ ਚੱਲਦੇ, ਉਦੋਂ 23 ਸਾਲ ਦੇ ਸੀ ਜਦ ਨੂੰ ਆਜ਼ਾਦੀ ਮਿਲੀ ਸੀ, ਪੰਜਾਬ ਦੇ ਚੀਫ ਮਿਨਿਸਟਰ ਤੱਕ ਉਹੀ ਪਹੁੰਚ ਜਾਂਦੇ ਜੇ ਉਹ ਦੂਜੀ ਪੋਲਿਟਿਕਸ ਤੱਕ ਜਾਂਦੇ, ਜੇ ਬਾਕੀ ਦੀ ਗੱਲ ਉਸ ਲੈਵਲ ਤੇ ਚਲੇ ਜਾਂਦੇ। ਪਰ ਮੈਨੂੰ ਲੱਗਦਾ ਕਿ ਇਹਦੇ ਨਾਲ ਇੱਕ ਸੈਂਟੀਮੈਂਟ ਹੁੰਦੇ ਨੇ ਲੋਕਾਂ ਦੇ, ਤੁਸੀਂ ਲੋਕਾਂ ਦੇ ਜਜ਼ਬਾਤਾਂ ਨੂੰ ਹਰਟ ਤਾਂ ਕਰਦੇ ਹੀ ਹੋ, ਉਹਨਾਂ ਨੂੰ ਮਤਲਬ ਨੁਕਸਾਨ ਪਹੁੰਚਾਉਂਦੇ ਹੋ ਇਹੋ ਜਿਹੀਆਂ ਗੱਲਾਂ ਕਰਕੇ, ਔਰ ਇਹ ਨਹੀਂ ਕੀਤੀ ਜਾਣੀ ਚਾਹੀਦੀ। ਮੈਨੂੰ ਲੱਗਦਾ ਕੇਜਰੀਵਾਲ ਸਾਹਿਬ ਤੋਂ ਮਾਫੀ ਦੀ ਮੰਗ ਕੀਤੀ ਹੈ ਸੁਖਪਾਲ ਖਹਿਰਾ ਨੇ, ਪਹਿਲਾਂ ਵੀ ਕੇਜਰੀਵਾਲ ਸਾਹਿਬ ਮਜੀਠੀਆ ਦੇ ਮਾਮਲੇ 'ਚ ਵੀ ਮਾਫੀ ਮੰਗੇ, ਹੋਰ ਵੀ ਮੰਗ ਰਹੇ ਨੇ, ਮਾਫੀ ਕਰ, ਉਹਨਾਂ ਨੂੰ ਆਉਂਦੀ ਆ ਗੱਲ ਅੱਗੇ ਵਧਾਉਣ ਤੋਂ ਰੋਕਣ ਦੇ ਵਾਸਤੇ, ਕਈ ਪੋਲੀਟੀਸ਼ੀਅਨ ਤਾਂ ਅੜ ਜਾਂਦੇ ਨੇ, ਲੱਗਦਾ ਉਹਨਾਂ ਨੇ ਅੱਜ ਕੱਲ੍ਹ 'ਚ ਸ਼ਾਇਦ ਕਹਿ ਦੇਣਾ ਕਿ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਸੀ, ਤੇ ਮਾਫੀ ਮੰਗ ਕੇ ਸ਼ਾਇਦ ਖਹਿੜਾ ਜਲਦੀ ਛੁੱਟ ਜਾਂਦਾ ਹੁੰਦਾ, ਔਰ ਅੱਗੇ ਤੋਂ ਧਿਆਨ ਰੱਖਣਾ ਚਾਹੀਦਾ। ਵੈਸੇ ਉਂਝ 24 ਸਾਹਮਣੇ ਹੈ, ਜੇ ਪਾਰਲੀਮੈਂਟ ਦੇ ਵਿੱਚ ਕੁਝ ਬੰਦੇ ਭੇਜਣੇ ਆ ਤੇ ਪੰਜਾਬ ਸਭ ਤੋਂ ਜ਼ਰਖੇਜ਼ ਸਰਜਮੀ ਹੈ, ਔਰ ਖਾਸ ਤੌਰ ਤੇ ਤੁਹਾਡੇ ਕੋਲ ਜਦੋਂ ਸੱਤਾ ਹੋਵੇ, ਲੋਕ ਛੋਟੇ-ਮੋਟੇ ਲਾਲਚਾਂ ਨਾਲ ਜੁੜੇ ਵੀ ਹੁੰਦੇ, ਤੁਹਾਡੇ ਕੋਲ ਪਰਫਾਰਮ ਕਰਨ ਦਾ ਇੱਕ ਬਿਹਤਰ ਤਰੀਕਾ ਇਹੀ ਸਟੇਟ ਆ ਜਦੋਂ ਤੁਸੀਂ ਪਾਰਲੀਮੈਂਟ 'ਚ ਆਪਣੀ ਹਾਜ਼ਰੀ ਲਈ ਪੰਜਾਬ ਵੱਲ ਵੇਖ ਸਕਦੇ ਹੋ। ਸੋ ਪੰਜਾਬ ਦੇ ਕਲਚਰ ਨੂੰ ਧਿਆਨ 'ਚ ਰੱਖ ਕੇ ਤੁਹਾਨੂੰ ਜ਼ਰੂਰ ਅੱਗੇ ਵਧਣਾ ਚਾਹੀਦਾ। ਕੇਜਰੀਵਾਲ ਸਾਹਿਬ ਲਈ ਹੁਣ ਤੱਕ ਮੇਰੇ ਖਿਆਲ ਪੰਜਾਬ ਹੀ ਸਭ ਤੋਂ ਅਹਿਮ ਜਗ੍ਹਾ ਰਹੀ ਹੈ, ਕਿਉਂਕਿ ਦਿੱਲੀ ਦੇ ਵਿੱਚ ਉਹ ਸਰਕਾਰ ਤੇ ਬਣਾ ਲੈਂਦੇ ਆ, ਲੇਕਿਨ ਪਾਰਲੀਮੈਂਟ ਦੇ ਵਿੱਚ 7 ਦੀਆਂ 7 ਸੀਟਾਂ ਲਗਾਤਾਰ ਹਾਰ ਵੀ ਜਾਂਦੇ ਆ। ਉਹਨਾਂ ਕੋਲ ਹੁਣ ਰਾਜ ਸਭਾ ਦੇ ਵਿੱਚ ਹੀ ਲੋਕ ਨੇ, ਔਰ ਲੋਕ ਸਭਾ ਦੇ ਵਿੱਚ ਉਹਨਾਂ ਕੋਲ ਨਹੀਂ। ਸੋ ਪੰਜਾਬ ਦੇ ਸੱਭਿਆਚਾਰ ਨੂੰ, ਇੱਥੋਂ ਦੇ ਧਰਾਤਲ ਨੂੰ, ਇੱਥੋਂ ਦੀਆਂ ਰਹੁ ਰੀਤਾਂ ਨੂੰ ਜ਼ਰੂਰ ਸਮਝ ਕੇ ਜਾਂ ਆਪਣੇ ਕੋਈ ਸਲਾਹਕਾਰ ਇਸ ਤਰ੍ਹਾਂ ਦੇ ਲਾ ਲੈਣੇ ਚਾਹੀਦੇ ਆ। ਗੱਲ ਦਿੱਲੀ 'ਚ ਕਰਨ, ਪ੍ਰਭਾਵ ਪੰਜਾਬ ਦੇ ਵਿੱਚ ਨੈਗੇਟਿਵ ਜਾਵੇ, ਇਹ ਉਹਨਾਂ ਨੂੰ ਕੀਮਤ ਅਦਾ ਕਰਨੀ ਪੈ ਸਕਦੀ। ਇਹ ਸੱਤਾ ਦੇ ਘੇਰਿਆਂ ਦੇ ਵਿੱਚ ਗੱਲ ਅਕਸਰ ਚੱਲਦੀ ਹੈ, ਤੇ ਸਿਆਸੀ ਜਮਾਤਾਂ ਦੇ ਵਿੱਚ ਵੀ ਇਹ ਗੱਲ ਹੁੰਦੀ ਆ ਕਿ ਇਹ ਸਮਝ ਕੋਈ ਬਹੁਤੀ ਢੁਕਵੀਂ ਨਹੀਂ। ਆਪਾਂ ਅੱਗੇ ਚੱਲਦੇ ਹਾਂ ਜੀ। ਫੈਡਰਲ ਢਾਂਚੇ ਦੇ ਨਜ਼ਰੀਏ ਤੋਂ ਦੋਵੇਂ ਖਬਰਾਂ ਅਤਿਅਮ ਨੇ। ਜਦੋਂ ਅਸੀਂ ਸੰਘੀ ਸਿਸਟਮ ਦੀ ਗੱਲ ਕਰਦੇ ਹਾਂ ਤੇ ਮੈਨੂੰ ਹਮੀਰ ਸਿੰਘ ਜੀ ਇਹ ਦੱਸਿਓ, ਸਾਡੇ ਆਗੂ ਲੜਦੇ ਨਹੀਂ ਨਜ਼ਰ ਆਉਂਦੇ, ਸਾਡੇ ਆਗੂ ਸਮਝੌਤਿਆਂ ਵਾਲੀ ਰਾਜਨੀਤੀ ਤੇ ਤੁਰਦੇ ਆ, ਐਵੇਂ ਛੋਟੇ-ਮੋਟੇ ਵਿਰੋਧ ਤੱਕ ਸੀਮਤ ਹੋ ਜਾਂਦੇ ਆ। ਕੇਂਦਰ ਭਾਸ਼ਾ ਦੇ ਆਧਾਰਿਤ ਕਾਫੀ ਅੱਗੇ ਵੱਧ ਰਿਹਾ, ਸਿੱਖਿਆ ਨੀਤੀ ਹੋਵੇ ਜਾਂ ਹੁਣ ਤੁਸੀਂ ਦੇਖੋ MBBS ਦੀ ਪੜ੍ਹਾਈ ਨੂੰ ਲੈ ਕੇ ਵੀ ਖਾਸ ਤੌਰ ਤੇ ਹਿੰਦੀ ਨੂੰ ਤਰਜੀਹ ਦੇਣ ਦੀ ਗੱਲ। ਹਿੰਦੀ ਕੋਈ ਮਾੜੀ ਨਹੀਂ ਹੈ, ਨੈਸ਼ਨਲ ਪੱਧਰ ਦੀ ਲੈਂਗੁਏਜ ਆ ਔਰ ਸੰਪਰਕ ਭਾਸ਼ਾ ਵੀ, ਪਰ ਸੰਪਰਕ ਕਿੰਨੀਆਂ ਸਟੇਟਾਂ 'ਚ ਆ। ਸਾਊਥ ਵਿੱਚ ਬਹੁਤ ਜ਼ਿਆਦਾ ਹਿੰਦੀ ਨਹੀਂ ਸਮਝੀ ਜਾਂਦੀ, ਸਾਡੇ ਵੀ ਇੱਥੇ ਹਿੰਦੀ ਬਹੁਤ ਜ਼ਿਆਦਾ ਢੰਗ ਨਾਲ ਬੋਲਣ ਵਾਲੇ ਤੇ ਲਿਖਣ ਵਾਲੇ ਉਹਨੇ ਨਹੀਂਗੇ, ਲੇਕਿਨ ਫਿਰ ਵੀ ਜੇਕਰ ਤੁਸੀਂ ਕੇਂਦਰੀ ਭਾਸ਼ਾ ਵਜੋਂ ਹਿੰਦੀ ਨੂੰ ਪ੍ਰਮੋਟ ਕਰਦੇ ਹੋ ਤੇ ਇਹਦੇ ਨਾਲ ਖੇਤਰੀ ਭਾਸ਼ਾਵਾਂ ਅਸਰਅੰਦਾਜ਼ ਹੁੰਦੀਆਂ। ਅੱਜ ਵੀ ਪਾਕਿਸਤਾਨ ਦੇ ਵਿੱਚ ਜੇਕਰ ਅਸੀਂ ਦੇਖਦੇ ਹਾਂ, ਪਾਕਿਸਤਾਨ ਦੇ ਪੰਜਾਬ ਖਿੱਤੇ ਦੇ ਵਿੱਚ ਪੰਜਾਬੀ ਬਹੁਤ ਬੋਲੀ ਜਾਂਦੀ ਹੈ, ਪਰ ਜਿਹੜੀ ਲਿਖਣ ਦੀ ਆ, ਜਿਹੜੀ ਲਿਪੀ ਦਾ ਮਾਮਲਾ ਹੈ, ਉੱਥੇ ਦੂਜੀ ਭਾਸ਼ਾ ਅਹਿਮ ਆ। ਸੋ ਉੱਥੇ ਉਹ ਚੀਜ਼ ਪੰਜਾਬੀ ਦੀ ਇੱਜ਼ਤ, ਮਾਣ ਸਨਮਾਨ ਨਹੀਂ ਬਣਦਾ। ਮੈਂ ਤੁਹਾਡੇ ਤੋਂ ਇਹੀ ਪੁੱਛਣਾ ਚਾਹੁੰਦਾ ਹੈ ਕਿ ਸਾਊਥ ਵਾਲੇ ਤਾਂ ਨਿੱਠ ਕੇ ਖਲੋ ਜਾਂਦੇ ਆ, ਪ੍ਰਧਾਨ ਮੰਤਰੀ ਨੂੰ ਪੱਤਰ ਲਿਖਦੇ ਆ, ਲੜਾਈ ਲੜਨ ਤੱਕ ਜਾਂਦੇ ਆ, ਸਾਡੇ ਆਵਾਜ਼ ਹੀ ਕੋਈ ਨਹੀਂ ਉੱਠਦੀ। ਆਪਾਂ ਆਪਣੀ ਆਗੂਆਂ ਦੀ ਸਮਝ ਤੇ ਸ਼ਰਮਸਾਰ ਹੋਈਏ ਜਾਂ ਅਸੀਂ ਇਹਨਾਂ ਦੇ ਲੜਨ ਦੇ ਮਾਦੇ ਤੇ ਜਾਈਏ ਵੀ ਲੜਨਾ ਨਹੀਂ ਚਾਹੁੰਦੇ। ਦੇਖੋ, ਭਾਸ਼ਾ ਦੀ ਅਹਿਮੀਅਤ ਇੱਥੋਂ ਹੀ ਨਜ਼ਰ ਆਉਂਦੀ ਹੈ ਸਾਡੇ ਵੀ ਦੇਸ਼ 'ਚ, ਸਟਰਕਚਰ ਦੇ ਰੂਪ 'ਚ ਵੀ। 1956 ਚ 1955 ਦੀ ਭਾਸ਼ਾ ਨੀਤੀ ਮੁਤਾਬਕ 56 ਚ ਸੂਬੇ ਆਰਗੇਨਾਈਜ਼ ਹੁੰਦੇ ਨੇ ਭਾਸ਼ਾਈ ਆਧਾਰ ਤੇ। ਪੰਜਾਬੀ ਸੂਬਾ ਵੀ ਚਾਹੇ 10 ਸਾਲ ਦੀ ਲੜਾਈ ਤੋਂ ਬਾਅਦ ਬਣਿਆ, ਪਰ ਪੰਜਾਬੀ ਭਾਸ਼ਾ ਦੇ ਆਧਾਰ ਤੇ ਬਣਿਆ। ਵੱਖ-ਵੱਖ ਹੋਰ ਸੂਬੇ ਭਾਸ਼ਾਈ ਆਧਾਰ ਤੇ ਬਣੇ। ਤੁਸੀਂ ਨੀਤੀਗਤ ਇਹ ਫੈਸਲਾ ਕੀਤਾ ਕਿ ਇੰਨੀ ਵੰਨ-ਸੁਵੰਨਤਾ ਹੈ, ਇਸੇ ਕਰਕੇ ਇਹ ਬਹੁਤ ਜ਼ਰੂਰੀ ਚੀਜ਼ ਹੈ। ਭਾਸ਼ਾ ਇੱਕ ਲਿੰਕ ਹੈ ਜਿਹੜਾ ਜੋੜ ਕੇ ਰੱਖ ਸਕਦਾ ਸਟੇਟਾਂ ਨੂੰ, ਔਰ ਸਟੇਟਾਂ ਦੀ ਇੱਕ ਬਣਤਰ ਉਹੀ ਜਿਹੀ ਬਣਾਈ ਗਈ ਹੈ। ਪਰ ਚਲਦੇ ਚਲਦੇ ਇਹ ਹੈ ਕਿ ਅਸੀਂ
ਪੰਜਾਬੀ ਦੀ ਗੱਲ ਤਾਂ ਕਰਦੇ ਰਹੇ ਬੜੀ ਵਾਰ ਕਿ ਅਸੀਂ ਪੰਜਾਬੀ ਆ, ਪੰਜਾਬੀ ਮਾਂ ਬੋਲੀ ਹੈ, ਉਹਦੇ ਲਈ ਕਰਨਾ ਹੈ ਵੈਸੇ, ਪਰ ਪ੍ਰੈਕਟਿਸ ਦੇ ਵਿੱਚ ਉੱਪਰ ਚਾਹੇ ਸਾਡੇ ਘਰਾਂ 'ਚ ਬੋਲਣ ਦਾ ਸਵਾਲ ਹੋਵੇ, ਚਾਹੇ ਪੰਜਾਬੀ ਨੂੰ ਹੋਰਾਂ ਖੇਤਰਾਂ 'ਚ ਪ੍ਰਮੋਟ ਕਰਨ ਦਾ ਸਵਾਲ ਹੋਵੇ, ਚਾਹੇ ਪੰਜਾਬੀ ਮਾਤ ਭਾਸ਼ਾ ਦਾ ਕਾਨੂੰਨ ਲਾਗੂ ਕਰਨ ਦਾ ਮਾਮਲਾ ਹੋਵੇ, ਵੱਖ-ਵੱਖ ਸਰਕਾਰਾਂ ਆਈਆਂ ਨੇ ਤੇ ਉਹ ਜੇ ਇੱਥੇ ਤਾਂ ਕਿੰਨੇ ਹੀ ਪ੍ਰਾਈਵੇਟ ਸਕੂਲ ਅਜੇ ਤੱਕ ਕਹਿੰਦੇ ਨੇ ਅਸੀਂ ਪੰਜਾਬੀ ਨਹੀਂ ਬੋਲਣ ਦਿੰਦੇ ਜੀ ਆਪਣੇ ਸਕੂਲ ਦੇ ਵਿੱਚ, ਪੰਜਾਬ ਦੇ ਵਿੱਚ ਸਾਡੀਆਂ ਸਰਕਾਰਾਂ ਨੇ, ਤੇ ਕੋਈ ਐਕਸ਼ਨ ਨਹੀਂ ਵੀ ਤੁਸੀਂ ਬੋਲਣ ਤੋਂ ਕਿਵੇਂ ਰੋਕ ਸਕਦੇ ਹੋ। ਠੀਕ ਹੈ, ਤੁਹਾਡਾ ਮੀਡੀਅਮ ਇੰਗਲਿਸ਼ ਵੀ ਹੋ ਸਕਦਾ ਹੈ, ਬਾਕੀ ਚੀਜ਼ਾਂ ਵੀ, ਹਾਲਾਂਕਿ ਮੀਡੀਅਮ ਆਫ ਇੰਸਟਰਕਸ਼ਨ ਦਾ ਸਵਾਲ ਵੀ ਹੁੰਦਾ ਹੈ ਜਦੋਂ ਤੁਸੀਂ ਰਾਜ ਭਾਸ਼ਾ ਦੀ ਗੱਲ ਕਰਦੇ ਹੋ ਕਿਤੇ। ਅਸੀਂ ਅਸਲ 'ਚ ਜਿਹੜਾ ਫੈਡਰਲ ਸਟਰਕਚਰ ਵੀ ਹੈ ਤੇ ਭਾਸ਼ਾ ਵੀ, ਉਹਦੇ ਵਿੱਚ ਹੀ ਇੱਕ ਬਹੁਤ ਵੱਡਾ ਇਸ਼ੂ ਹੈ। ਇਹਨੂੰ 1995 ਤੋਂ ਲੈ ਕੇ ਤਾਂ ਬਿਲਕੁਲ ਹੀ ਛੱਡ ਗਏ। ਅਕਾਲੀ ਦਲ 95 ਤੱਕ ਇਹਦੀ ਗੱਲ ਕਰਦਾ ਰਿਹਾ, ਕਮਜ਼ੋਰੀਆਂ ਦੇ ਬਾਵਜੂਦ ਕਰਦਾ ਰਿਹਾ। ਇਸ ਲਈ ਮੋਰਚੇ ਵੀ ਲੱਗੇ, ਚਾਹੇ ਪੰਜਾਬੀ ਸੂਬੇ ਦਾ ਸੀ, ਚੰਡੀਗੜ੍ਹ ਦਾ ਸੀ, ਧਰਮ ਯੁੱਧ ਮੋਰਚੇ 'ਚ ਵੀ ਇਹ ਬੜੀਆਂ ਵੱਡੀਆਂ ਮੰਗਾਂ ਸੀ। ਪਰ ਜਦ ਬੀਜੇਪੀ ਨਾਲ ਜੋਟੀ ਪੈ ਗਈ ਸੀ, ਉਦੋਂ ਬਾਅਦ ਇਹਨਾਂ ਨੇ ਮਤਲਬ ਅਲਾਇੰਸਸ ਦੇ ਵਿੱਚ ਵੀ ਤੁਸੀਂ ਪਛਾਣ ਨਹੀਂ ਛੱਡਦੇ ਹੁੰਦੇ, ਅਲਾਇੰਸ ਕਰ ਲਓ ਕੁਝ ਮੁੱਦਿਆਂ ਤੇ, ਪਰ ਆਪਣੀ ਗੱਲ ਤਾਂ ਰੱਖਦੇ ਹੋ ਨਾ। ਹੌਲੀ ਹੌਲੀ ਉਹ ਹੋ ਗਈ, ਇਸੇ ਕਰਕੇ ਹਾਲ ਚਲਾ ਗਿਆ ਪਿੱਛੇ। ਹੁਣ ਕੋਈ ਧਿਰ ਜਿਹੜੀ ਹੈ ਉਹ ਉਹਨਾਂ ਮੁੱਦਿਆਂ ਨੂੰ ਉਸ ਸਿੱਧਤ ਨਾਲ ਉਠਾਉਣ ਦੀ ਪੋਜੀਸ਼ਨ 'ਚ ਨਹੀਂ ਹੈ। ਔਰ ਇਹ ਕੇਵਲ ਡੀਐਮਕੇ ਹੀ ਸੀਗੀ ਤੇ ਸਾਊਥ ਦੀਆਂ ਹੋਰ ਸਟੇਟਾਂ ਕੁਝ, ਜਿਹੜੀ ਭਾਸ਼ਾ ਦੇ ਮਾਮਲੇ ਦੇ ਵਿੱਚ ਸਾਡੀ ਸਿੱਖਿਆ ਨੀਤੀ 2020 ਹੈ, ਜਿਹੜੀ ਰਿਟਨ ਤੌਰ ਤੇ ਹਿੰਦੀ ਨੂੰ ਲਿੰਕ ਲੈਂਗੁਏਜ ਦੇਸ਼ ਦੀ ਬਣਾਉਣ ਦਾ ਸੀ, ਇਹਨਾਂ ਨੂੰ ਵਿਡਰਾ ਕਰਨਾ ਪਿਆ ਉਹਦੇ ਤੋਂ। ਆਫੀਸ਼ੀਅਲੀ ਤਾਂ ਵਿਡਰਾ ਕਰ ਗਏ, ਪਰ ਜਿਵੇਂ ਕਹਿੰਦੇ ਨੇ ਬਿਜਲੀ ਐਕਟ ਉਹ ਤਾਂ ਸਟੈਂਡਰਡ ਕਮੇਟੀ ਨੂੰ ਭੇਜਤਾ, ਪਰ ਉਹ ਨਿਯਮਾਂ ਰਾਹੀਂ ਲਾਗੂ ਕਰੀ ਜਾਂਦੇ ਨੇ। ਹੁਣ ਇਹ ਲਾਗੂ ਹੋਰ ਤਰੀਕੇ ਨਾਲ ਕਰਨਾ ਸ਼ੁਰੂ ਕਰਤਾ ਇਹਨਾਂ ਨੇ। ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਕੱਲ ਗ੍ਰਹਿ ਮੰਤਰੀ ਗਏ ਪੀਐਮਟੀ ਦੇ ਵਿੱਚ, ਜਾਂ ਜਿਹੜੀ ਉਹਦੇ ਸਾਇੰਸ ਦੇ ਸਬਜੈਕਟ ਨੇ ਉਹਦੇ ਮਾਮਲੇ ਦੇ ਵਿੱਚ, ਉਹ ਹਿੰਦੀ ਦੀਆਂ ਕਿਤਾਬਾਂ ਬਕਾਇਦਾ ਉਹਨਾਂ ਦਾ ਉਦਘਾਟਨ ਕਰਕੇ ਆਏ ਨੇ ਕਿ ਲਓ ਜੀ ਹਿੰਦੀ 'ਚ ਹੁਣ ਪੜ੍ਹਾਈ ਹੋਇਆ ਕਰੇਗੀ। ਕੋਈ ਮਾੜੀ ਗੱਲ ਨਹੀਂ ਹਿੰਦੀ ਵੀ, ਪਰ ਹਿੰਦੀ ਨੂੰ ਕੇਵਲ ਤੇ ਕੇਵਲ ਅਜੇ 33-34% ਤੋਂ ਜ਼ਿਆਦਾ ਲੋਕ ਨਹੀਂ ਹੈ ਪੜ੍ਹਨ ਤੇ ਬੋਲਣ ਵਾਲੇ ਐਡੇ ਵੱਡੇ ਦੇਸ਼ ਦੇ ਵਿੱਚ। ਡਾਇਵਰਸਿਟੀ ਹੈ, ਹੋਰ ਲੋਕ ਇੱਧਰ ਉੱਧਰ ਨੇ। ਇਸੇ ਕਰਕੇ ਉਹ ਇਹ ਮੰਗ ਕਰਦੇ ਨੇ ਸਾਊਥ ਇੰਡੀਆ ਵਾਲੇ ਤਾਂ ਕਿ ਇਹਨੂੰ ਨਾ ਛੇੜੋ, ਇਹ ਬਹੁਤ ਬੜਾ ਇੱਕ ਮਾਮਲਾ ਬਣ ਜਾਊਗਾ, ਫੈਡਰਲ ਸਟਰਕਚਰ ਤੇ ਵੀ ਹਮਲਾ ਹੈ, ਔਰ ਅੱਗੇ ਜਿਹੜੀ ਲੜਾਈ ਚੱਲਣੀ ਹੈ ਤਾਂ ਲੜਾਈ ਦਾ ਇਹ ਮੇਨ ਮੁੱਦਾ ਬਣ ਸਕਦਾ ਹੈ। ਔਰ ਮੈਨੂੰ ਇਹ ਲੱਗਦਾ ਕਿ ਫੈਡਰਲ ਸਟਰਕਚਰ ਦੇ ਦੂਜੇ ਮੁੱਦਿਆਂ 'ਚ ਪੰਜਾਬ ਵਾਲੀ ਲੀਡਰਸ਼ਿਪ ਨੂੰ ਵੀ, ਹਰ ਪਾਰਟੀ ਨੂੰ, ਕੱਲਾ ਇੱਕ ਦਾ ਕੁਐਸਚਨ ਨਹੀਂ, ਪੰਜਾਬੀ ਸਾਰੀਆਂ ਪਾਰਟੀਆਂ ਦਾ ਮੁੱਦਾ ਹੋਣਾ ਚਾਹੀਦਾ। ਜੇ ਪੰਜਾਬ ਨੇ ਗੱਲ ਕਰਨੀ ਹੈ, ਇਹਨਾਂ ਨੂੰ ਵੀ ਕੋਆਰਡੀਨੇਟ ਕਰਨਾ ਚਾਹੀਦਾ ਉਹਨਾਂ ਗਰੁੱਪਾਂ ਨਾਲ ਜਿਹੜੇ ਘੱਟੋ ਘੱਟ ਫੈਡਰਲ ਸਟਰਕਚਰ ਤੇ ਖੜਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਬਿਲਕੁਲ ਠੀਕ ਹੈ। ਔਰ ਅਸੀਂ ਅਗਲਾ ਵੀ ਇਸੇ ਤਰ੍ਹਾਂ ਦਾ ਕੇਂਦਰ ਔਰ ਸਟੇਟ ਦੇ ਰਿਲੇਸ਼ਨਸ ਨੂੰ ਲੈ ਕੇ, ਸੈਂਟਰ ਸਟੇਟ ਰਿਲੇਸ਼ਨਸ ਨੂੰ ਲੈ ਕੇ ਮਾਮਲਾ ਹੈ। ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ, ਉਹਦੇ ਉੱਤੇ ਇੱਕ ਵਾਰੀ ਫਿਰ ਪੰਜਾਬ ਸਰਕਾਰ ਕੇਂਦਰ ਨੂੰ ਕਹਿ ਰਹੀ ਹੈ ਵੀ ਸਾਡਾ ਜਾਰੀ ਕਰੋ, ਪਰ ਕੁਝ ਇੱਕ ਸ਼ਰਤਾਂ ਕਰਕੇ ਕਈ ਚੀਜ਼ਾਂ ਅੜ ਜਾਂਦੀਆਂ ਨੇ। ਜਦੋਂ ਖੇਤੀ ਸਟੇਟ ਸਬਜੈਕਟ ਆ, ਫਿਰ ਕੇਂਦਰ ਕਿਵੇਂ ਡਿਕਟੇਟ ਕਰਦਾ, ਇੱਕ ਸਵਾਲ ਆ। ਦੂਜੇ ਬੰਨੇ ਇਹਦੇ ਉੱਤੇ ਕੋਈ ਬਹੁਤ ਜ਼ਿਆਦਾ ਅੜਦਾ ਖੜਦਾ ਨਜ਼ਰ ਹੀ ਨਹੀਂ ਆਉਂਦਾ, ਸਾਰੇ ਸਮਝੌਤਿਆਂ ਨਾਲ ਹੀ ਤੁਰੇ ਫਿਰਦੇ ਆ। ਪਿਛਲੀਆਂ 3 ਸਰਕਾਰਾਂ ਤੋਂ ਦੇਖਦੇ ਆ ਰਹੇ ਆ ਕਿ ਜਿਹੜੇ ਮਰਜ਼ੀ ਨਵੇਂ ਨਿਯਮ ਆਇਦ ਕਰਤੇ ਜਾਂਦੇ ਆ ਔਰ ਇਹ ਚੁੱਪ ਕਰਕੇ ਭਾਣਾ ਮੰਨ ਜਾਂਦੇ ਆ। ਕੀ ਕਹਿੰਦੇ ਹੋ? ਬਿਲਕੁਲ, ਇਹ ਬਹੁਤ ਸੀਰੀਅਸ ਮਾਮਲਾ ਹੈ। ਮੈਨੂੰ ਲੱਗਦਾ ਕਿ ਬਾਰ-ਬਾਰ ਕੇਂਦਰ ਸਰਕਾਰ, ਕੇਂਦਰ ਨੂੰ ਜਦੋਂ ਲੋੜ ਸੀ ਸਾਡੇ ਤੋਂ ਕਣਕ ਤੇ ਚੌਲ ਦੀ, ਹਾਲਾਂਕਿ ਹੁਣ ਵੀ ਹੋਰ ਲੋੜ ਵੱਧ ਰਹੀ ਹੈ, ਸਟੋਰ ਖਾਲੀ ਹੋ ਗਏ ਸਾਰੇ, ਕੋਈ ਐ ਨਹੀਂ ਹੈ ਕਿ ਲੋੜ ਖਤਮ ਹੋ ਗਈ, ਪਰ ਲਗਾਤਾਰ ਕੇਂਦਰ ਆਪਣੀ ਕਬਜ਼ਾ ਜਿਹੜਾ ਹੈ ਉਹ ਅਜਮਾਉਂਦਾ ਜਾ ਰਿਹਾ ਵੱਖ-ਵੱਖ ਮਾਮਲਿਆਂ ਦੇ ਉੱਤੇ। ਸਭ ਤੋਂ ਪਹਿਲਾਂ ਤਾਂ ਇਹ ਕਿਹਾ ਕਿ ਤੁਸੀਂ ਮੰਡੀ ਕਾਨੂੰਨ ਜਿਹੜਾ ਉਹ ਸੋਧੋ ਆਪਦਾ, ਤੇ ਉਹ ਪੰਜਾਬ ਗਵਰਨਮੈਂਟ ਨਹੀਂ ਸੋਧਦੀ ਰਹੀ। ਬੜੇ ਲੰਮੇ ਸਮੇਂ ਫਾਈਟ ਵੀ ਕੀਤੀ, ਥੋੜਾ ਰੈਜ਼ਿਸਟੈਂਸ ਹੋਈ, ਕਦੇ ਮਾੜੇ ਜਿਹਾ ਕਰ ਲਿਆ, ਕਦੇ ਹੋਰ ਕਰ ਲਿਆ, ਕਦੇ ਹੋਰ ਕਰ ਲਿਆ, ਚੱਲਦਾ ਰਿਹਾ, ਪਰ ਐ ਵੱਡੇ ਪੱਧਰ ਦੇ ਉੱਤੇ ਨਹੀਂ ਸਰੈਂਡਰ ਹੋਇਆ ਸੀ ਜਿੰਨਾ ਇਹ ਸੀ ਵੀ ਜੋ ਕਹੋਗੇ ਉਹੀ ਕਰਾਂਗੇ। ਉਹਦਾ ਕਾਰਨ ਇਹ ਸੀ ਕਿ ਤੁਸੀਂ ਸਾਡੇ ਤੋਂ ਅਨਾਜ ਲੈ ਰਹੇ ਹੋ, ਉਸ ਅਨਾਜ ਤੇ ਕਿੰਨਾ ਟੈਕਸ ਲੱਗਣਾ ਹੈ, ਕਿੰਨਾ ਨਹੀਂ ਲਾਉਣਾ, ਇਹ ਸੂਬੇ ਦੀ ਸਰਕਾਰ ਦਾ ਰਾਈਟ ਹੈ। ਹਰਿਆਣੇ 'ਚ ਵੀ ਹਰਿਆਣੇ ਦੀ ਸਰਕਾਰ ਲਾਉਂਦੀ ਹੈ ਕਿੰਨਾ ਲਾਉਣਾ, ਸਾਡੀ ਸਰਕਾਰ ਲਾਉਂਦੀ ਹੈ। ਔਰ ਇਹ ਤੁਸੀਂ ਸਾਡਾ ਮਾਲ ਲੈਣਾ ਨਹੀਂ ਲੈਣਾ ਇਹ ਤੁਹਾਡੀ ਜ਼ਿੰਮੇਵਾਰੀ ਹੈ, ਨਾ ਲਓ, ਤੁਸੀਂ ਕਹੋ ਅਸੀਂ ਨਹੀਂ ਖਰੀਦਦੇ, ਇੱਕ ਅਲੱਗ ਪਹਿਲੂ ਹੈ। ਪਰ ਜੇ ਕਾਨੂੰਨੀ ਤੌਰ ਤੇ ਇੱਕ ਗੱਲ ਬਣਦੀ ਹੈ ਤਾਂ ਸਾਡਾ ਰਾਈਟ ਹੈ। ਹੁਣ ਕੇਂਦਰ ਸਰਕਾਰ ਨੇ ਕੀ ਕੀਤਾ, ਪਿਛਲੇ 2020 ਤੋਂ ਉਹਨਾਂ ਨੇ ਸ਼ੁਰੂ ਕਰਤਾ ਹੈ ਕਿ ਅਸਲ ਦੇ ਵਿੱਚ ਜਿਹੜਾ ਇਹ ਫੰਡ ਤੁਸੀਂ ਇਕੱਠਾ ਕਰ ਰਹੇ ਹੋ, ਇਹ ਅਸੀਂ ਸਾਡੇ ਕੋਲ ਆਏਗਾ, ਉਹਨਾਂ ਚਿਰ ਨਹੀਂ ਦੇਾਂਗੇ, ਪਹਿਲਾਂ ਤਾਂ ਤੁਸੀਂ ਸਾਨੂੰ ਇਹ ਦੱਸੋਗੇ ਲਾਉਣਾ ਕਿੱਥੇ ਹੈ ਸਾਡੇ, ਔਰ ਲਾ ਕੇ ਫਿਰ ਅਸੀਂ ਤੁਹਾਨੂੰ ਜਾਰੀ ਕਰਿਆ ਕਰਾਂਗੇ। ਉਦੋਂ ਬਾਅਦ ਇਦੋਂ ਪਹਿਲਾਂ ਇਸੇ ਕਿਤੇ ਕੇਂਦਰ ਕੋਲ ਨਹੀਂ ਜਾ ਸਕਦਾ ਇਹ ਫੰਡ, ਰੂਰਲ ਡਿਵੈਲਪਮੈਂਟ ਫੰਡ
ਸਾਡਾ ਤੇ ਸਾਡੇ ਕੋਲ ਰਹਿੰਦਾ ਹੈ ਤੇ ਅਸੀਂ ਇਹ ਠੀਕ ਹੈ ਕਿ ਮਾਰਕੀਟਿੰਗ ਐਕਟ ਦੇ ਵਿੱਚ ਇਹ ਸੀ ਕਿ ਇਹ ਫੰਡ ਵਾਇਲੇਟ ਨਹੀਂ ਕੀਤਾ ਜਾ ਸਕਦਾ, ਇਹ ਪੇਂਡੂ ਵਿਕਾਸ ਤੇ, ਸੜਕਾਂ ਤੇ, ਬਾਕੀ ਚੀਜ਼ਾਂ ਤੇ ਮਤਲਬ ਉਹਦੇ ਤੇ ਲੱਗੂਗਾ। ਇਹਦੀ ਵਾਇਲੇਸ਼ਨ ਅਕਾਲੀ ਸਰਕਾਰ ਵੇਲੇ ਹੋਈ ਹੈ। ਪਹਿਲਾਂ ਤਾਂ ਇਹ ਇਸ ਕਰਕੇ ਹੋਈ ਕਿ ਉਹ ਫੰਡ ਉਧਾਰ ਲੈ ਕੇ ਉਹਦੇ ਨਾਂ ਤੇ ਕਰਜ਼ਾ ਲੈ ਕੇ ਸੰਗਤ ਦਰਸ਼ਨਾਂ 'ਚ ਵੰਡਿਆ ਗਿਆ, ਜਿਹਦੇ ਨਾਲ ਇਹ ਸਵਾਲ ਬੜਾ ਖੜਾ ਹੋ ਗਿਆ। ਪਰ ਫਿਰ ਵੀ ਇਹਦੇ 'ਚ ਕੇਂਦਰ ਦਾ ਮਾਮਲਾ ਨਹੀਂ, ਰਾਜ ਸਰਕਾਰਾਂ ਕਿਉਂ ਨਹੀਂ ਲੜਦੀਆਂ, ਦੂਜੀਆਂ ਪਾਰਟੀਆਂ ਨੇ ਕਿਉਂ ਨਹੀਂ ਲੜਿਆ? ਪੰਜਾਬ ਦੇ ਲੋਕਾਂ ਨੂੰ ਲੜਨਾ ਚਾਹੀਦਾ ਸੀ ਕਿ ਤੁਸੀਂ ਇਹ ਡਿਵਾਲਟ ਨਹੀਂ ਕਰ ਸਕਦੇ, ਨਾ ਕਿ ਕੇਂਦਰ ਦਾ ਦਖਲ ਪ੍ਰਵਾਨ ਕਰਨਾ ਚਾਹੀਦਾ ਸੀ। ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ। ਇਦੋਂ ਪਹਿਲਾਂ 2% ਰੂਰਲ ਡਿਵੈਲਪਮੈਂਟ ਫੰਡ, 2% ਮਾਰਕੀਟ ਫੀਸ ਲੱਗਦੀ ਸੀ ਐਜੂਕੇਸ਼ਨ ਸੈਸ ਜਾਂ ਬਾਕੀ ਤੋਂ ਬਿਨਾਂ। ਜਦੋਂ ਕਰਜ਼ਾ ਮਾਫੀ ਦੀ ਇੱਕ ਗੱਲ ਆਈ, ਇਹਨਾਂ ਨੇ 1% ਹੋਰ ਵਧਾਤਾ ਵੀ ਉਹਦੇ ਤੋਂ ਆ ਜਾਊਗਾ 9-10 ਹਜ਼ਾਰ ਕਰੋੜ ਰੁਪਈਆ, ਉਹਦੇ ਅਗੇਂਸਟ ਕਰਜ਼ਾ ਲੈ ਲਾਂਗੇ। ਹੁਣ 3% ਰੂਰਲ ਡਿਵੈਲਪਮੈਂਟ ਫੰਡ ਤੇ 3% ਮਾਰਕੀਟ ਕਮੇਟੀ ਫੀਸ ਸੀ ਤੇ ਉਹਨਾਂ ਨੇ ਨਹੀਂ ਦਿੱਤਾ। ਪਿਛਲੇ ਸਾਲ ਜਦੋਂ ਸਾਡੀ ਇਹ ਸਰਕਾਰ ਆਈ ਹੈ 2022 ਚ, ਆਮ ਆਦਮੀ ਪਾਰਟੀ ਦੀ ਸਰਕਾਰ, ਇਹਨਾਂ ਨੇ ਇਹ ਲੜਾਈ ਲੜਨ ਦੀ ਬਜਾਏ ਕਿ ਸਾਡਾ ਪੈਸਾ ਤੁਸੀਂ ਕਿਵੇਂ ਰੱਖ ਸਕਦੇ ਹੋ, ਕਾਨੂੰਨ ਬਦਲਤਾ ਜੀ, ਕੇਂਦਰ ਦੇ ਮੁਤਾਬਕ ਸੋਧ ਕਰਤੀ ਹੈ। ਹੁਣ ਚਿੱਠੀ ਲਿਖਦੇ ਹੋ ਕਿ ਅਸੀਂ ਤਾਂ ਤੁਹਾਡੇ ਮੁਤਾਬਕ ਕਾਨੂੰਨ ਵੀ ਬਦਲਤਾ, ਹੁਣ ਸਾਡੇ ਪੈਸੇ ਤਾਂ ਦੇ ਦਿਓ। ਹੁਣ ਜਦ ਉਹਦੇ ਹੱਥ 'ਚ ਤਾਕਤ ਹੋਰ ਦੇਤੀ, ਫਿਰ ਤੁਸੀਂ ਮੰਗਤੇ ਵਾਂਗ ਮੰਗੋਗੇ, ਫਿਰ ਹੱਕ ਦੇ ਤੌਰ ਤੇ ਨਹੀਂ ਮੰਗ ਸਕਦੇ। ਤੁਸੀਂ ਲੋਕਾਂ ਨੂੰ ਮੋਬਿਲਾਈਜ਼ ਕਰਦੇ ਹੋ ਉਸ ਮੁੱਦੇ ਤੇ, ਤੁਸੀਂ ਕਿਉਂ ਉਹਦੇ ਸਾਹਮਣੇ ਇਹਨੂੰ ਤੁਸੀਂ ਪ੍ਰਾਪਤੀ ਵਜੋਂ ਪੇਸ਼ ਕੀਤਾ ਕਿ ਦੇਖੋ ਜੀ ਅਸੀਂ ਰਾਬਤਾ ਬਣਾ ਲਿਆ ਕੇਂਦਰ ਨਾਲ, ਚੰਗਾ ਬਣਾ ਲਿਆ, ਉਹਨੇ ਪੈਸੇ ਜਾਰੀ ਕਰਤੇ ਜਿਹੜੇ ਪਿਛਲੀ ਸਰਕਾਰ ਦੇ ਰੋਕੇ ਹੋਏ ਸੀ। ਇਹ ਨਹੀਂ ਦੇਖਿਆ ਕਿ ਇੱਕ ਵਾਰ ਤਾਂ ਉਹ ਐਂ ਹੀ ਕਹੂਗਾ ਨਾ ਵੀ ਲੈ ਤੇਰੇ ਜਾਰੀ ਕਰਤੇ, ਅੱਗੇ ਹੱਕ ਲੈਣ ਤੋਂ ਬਾਅਦ ਉਹ ਕੀ ਕਰੂਗਾ। ਲਗਾਤਾਰ ਫੈਡਰਲ ਸਟਰਕਚਰ ਤੇ ਹਮਲਾ ਹੋ ਰਿਹਾ ਹੈ ਔਰ ਲਗਾਤਾਰ ਤਾਕਤਾਂ ਸੂਬਿਆਂ ਦੀਆਂ ਕੇਂਦਰ ਲਿਜਾ ਰਿਹਾ। ਸੂਬੇ ਹੌਲੀ ਹੌਲੀ ਜਿਵੇਂ ਇੱਕ ਆਮ ਤਸਵੀਰ ਦਿੱਤੀ ਜਾਂਦੀ ਹੈ, ਮਿਊਨਿਸਪਲ ਕਾਰਪੋਰੇਸ਼ਨ ਵਰਗੇ ਬਣ ਗਏ, ਚੀਫ ਮਿਨਿਸਟਰਾਂ ਕੋਲ ਵੀ ਤਾਕਤ ਨਹੀਂ ਰਹੂਗੀ, ਵਿਧਾਨ ਸਭਾਵਾਂ ਕੋਲ ਵੀ, ਤਾਂ ਉਹ ਵੰਨ-ਸੁਵੰਨਤਾ ਕਿਵੇਂ ਕਾਇਮ ਰਹਿ ਜਾਊਗੀ? ਜਿਹੜਾ ਇੱਕ ਵਿਸ਼ੇਸ਼ਤਾ ਹੁੰਦੀ ਹੈ ਸੱਭਿਆਚਾਰਾਂ ਦੀ, ਬੋਲੀਆਂ ਦੀ, ਉਹ ਇਕਨੋਮਿਕਸ ਬਿਨਾਂ ਨਹੀਂ ਚੱਲਦੀ। ਜੇ ਤੁਹਾਡੇ ਆਰਥਿਕ ਅਧਿਕਾਰ ਚਲੇ ਗਏ, ਜੇ ਲਾ ਐਂਡ ਆਰਡਰ ਤੁਹਾਡੇ ਕੋਲ ਨਾ ਰਿਹਾ, ਜੇ ਬਾਕੀ ਚੀਜ਼ਾਂ ਤੁਹਾਡੇ ਕੋਲ ਨਾ ਰਹੀਆਂ, ਤਾਂ ਤੁਸੀਂ ਕਿਵੇਂ ਚਲਾਓਗੇ ਉਹਨੂੰ? ਇਹਨੂੰ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਵੀ ਐਜ ਏ ਸਰਕਾਰ ਸੋਚਣਾ ਚਾਹੀਦਾ ਤੇ ਵਿਧਾਨ ਸਭਾ 'ਚ ਸਮੁੱਚੀ ਪਾਰਟੀਆਂ ਦੀ ਡਿਬੇਟ ਹੋਣੀ ਚਾਹੀਦੀ ਹੈ ਤੇ ਇਹ ਮੁੱਦਾ ਪਬਲਿਕ ਸੱਥਾ ਤੱਕ ਜਾਣਾ ਚਾਹੀਦਾ, ਤਾਂ ਜਾ ਕੇ ਸ਼ਾਇਦ ਕੋਈ ਮੋੜਾ ਪਵੇ, ਨਹੀਂ ਤਾਂ ਮੋੜਾ ਨਹੀਂ ਪੈਣਾ ਇਸ ਗੱਲ ਨੂੰ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਇਸ ਵੇਲੇ ਇੱਕ ਬਹੁਤ ਵੱਡੇ ਖੱਪੇ ਚੋਂ ਅਸੀਂ ਨਿਕਲ ਰਹੇ ਹਾਂ, ਜਿੱਥੇ ਸਿਰਫ ਡੰਗ ਚਲਾਇਆ ਜਾ ਰਿਹਾ। ਕਦੇ ਬਿਊਰੋਕ੍ਰੇਸੀ ਆਪਣੇ ਅਕਾਵਾਂ ਨੂੰ, ਸਿਆਸੀ ਅਕਾਵਾਂ ਨੂੰ ਦੱਸਦੀ ਰਹਿੰਦੀ ਸੀ ਕਿ ਇੱਥੇ ਆਹ ਝੋਲ ਆ, ਇਹ ਗਲਤੀ ਕਰਾਂਗੇ ਤੇ ਇਹ ਨੁਕਸਾਨ ਹੋਣਗੇ। ਹੁਣ ਇੱਥੇ ਵੀ ਸਰੈਂਡਰ ਹੋਇਆ ਪਿਆ, ਸਮਰਪਣ ਨਾਲ ਚੱਲਦੀ ਅਫਸਰਸ਼ਾਹੀ। ਸਿਰਫ ਮਲਾਈਦਾਰ ਪੋਸਟਿੰਗਸ ਲਈ ਸਾਰੀ ਲੜਾਈ ਹੁੰਦੀ ਰਹਿੰਦੀ ਆ। ਹਾਲਾਂਕਿ ਇਸ ਗਵਰਨਮੈਂਟ 'ਚ ਤੇ ਇਹ ਵੀ ਟ੍ਰੈਂਡ ਕੋਈ ਬਹੁਤੇ ਜ਼ਿਆਦਾ ਨਹੀਂ ਗੇ। ਬਹੁਤ ਸਾਰੇ ਅਫਸਰ ਐਸੇ ਆ ਜਿਹੜੇ ਕਹਿੰਦੇ ਅਜੇ ਕੋਈ ਇਸ ਤਰ੍ਹਾਂ ਦੀ ਪੋਸਟਿੰਗ ਲਈ ਭੱਜ ਨੱਠ ਨਾ ਕਰੋ। ਸਗੋਂ ਕਈਆਂ ਨੂੰ ਜਦੋਂ ਆਫਰ ਕੀਤਾ ਜਾਂਦਾ ਕੋਈ ਅਹਿਮ ਮਹਿਕਮਾ, ਤੇ ਉਹ ਆਪਣੀ ਕੋਈ ਨਾ ਕੋਈ ਸਿਹਤ ਦਾ ਜਾਂ ਹੋਰ ਬਹਾਨਾ ਬਣਾ ਕੇ ਕੋਸ਼ਿਸ਼ ਕਰਦੇ ਆ ਕਿ ਅਜੇ ਬਚ ਕੇ ਚੱਲਿਆ ਜਾਵੇ, ਕਿਉਂਕਿ ਅਜੇ ਦੀ ਕਾਰਜਸ਼ੈਲੀ ਦਾ ਤਰੀਕਾਕਾਰ ਨਿਰਧਾਰਿਤ ਹੋਣਾ ਬਾਕੀ ਆ। ਪਰ ਫਿਰ ਵੀ ਇਹ ਗੱਲ ਤਾਂ ਜ਼ਰੂਰ ਧਿਆਨ 'ਚ ਆਉਣੀ ਚਾਹੀਦੀ ਆ ਕਿ ਆਖਰ ਜੇਕਰ ਮੁੱਖ ਮੰਤਰੀਆਂ ਕੋਲ, ਸਰਕਾਰਾਂ ਕੋਲ, ਵਿਧਾਨ ਸਭਾਵਾਂ ਕੋਲ ਪਾਵਰਸ ਹੀ ਨਾ ਰਹੀਆਂ, ਤੇ ਫਿਰ ਲੋਕ ਸਰਕਾਰਾਂ ਚੁਣਿਆ ਕਾਹਦੇ ਲਈ ਕਰਨਗੇ? ਔਰ ਠੀਕ ਹੈ ਸਰਦਾਰ ਹਰਮੀਤ ਸਿੰਘ ਹੋਰਾਂ ਦੀ ਗੱਲ ਕਿ ਮਹਿਜ ਮਿਊਨਿਸਪੈਲਿਟੀਜ਼ ਬਣ ਕੇ ਰਹਿ ਜਾਣਗੀਆਂ ਇਹ ਸਾਰੀਆਂ ਸਰਕਾਰਾਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ।